ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਸਾਰੇ ਕਿਵੇਂ ਹੋ? ਪਹਿਲਾਂ ਤਾਂ ਰੌਲਾ ਘਚੌਲਾ ਜਿਹਾ ਬਾਹਲਾ ਪਿਆ ਖੜਾ ਹੈ, ਹਿਸਾਬ ਕਿਤਾਬ ਜਿਹਾ ਲੋਟ ਹੀ ਨਹੀਂ ਆ ਰਿਹਾ। ਗੱਲ ਕੋਈ ਹੁੰਦੀ ਹੈ, ਮੀਡੀਆ ਕਿਸੇ ਹਿਸਾਬ ਨਾਲ ਪੇਸ਼ ਕਰ ਦਿੰਦਾ ਹੈ। ਅਸੀਂ ਵਟਸਐਪ ਫੇਸਬੁੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ, ਉਸਨਾਂ ਦੇ ਸਟੂਡੈਂਟ ਹੈ। ਜੋ ਕਿਤੇ ਨੈੱਟ 'ਤੇ ਜਾਂ ਵਟਸਐਪ 'ਤੇ ਖਬਰ ਆਉਂਦੀ ਹੈ, ਵੀਡੀਓ ਲਿੰਕ ਹੁੰਦਾ ਹੈ, ਅਸੀਂ ਚੱਕ ਕੇ ਉਸ ਬੇਸ 'ਤੇ ਉਹਦਾ ਰੈਫਰੈਂਸ ਮੰਨ ਕੇ ਗੱਲ ਕਰ ਲੈਂਦੇ ਹਾਂ। ਨਾ ਤੁਸੀਂ ਇਤਿਹਾਸ ਦੀ ਕੋਈ ਕਿਤਾਬ ਪੜ੍ਹੀ ਹੈ, ਨਾ ਕੋਈ ਲੈਣਾ ਨਾ ਦੇਣਾ। ਮੁੱਦਾ ਕੀ ਸੀ, ਬਣਾ ਕੀ ਦਿੱਤਾ। ਮੈਂ ਇਹਦੀ ਗੱਲ ਕਰ ਰਿਹਾ ਭਗਤ ਸਿੰਘ ਵਾਲਾ ਮੁੱਦਾ ਜੀ। ਉਹਦੇ ਵਿੱਚ ਅਸਲ ਦੇ ਵਿੱਚ ਗੱਲ ਸ਼ੁਰੂ ਕਦੋਂ ਹੁੰਦੀ ਆ? ਸਿਮਰਨਜੀਤ ਸਿੰਘ ਮਾਨ ਨੂੰ ਕੋਈ ਵੇਟੇਜ ਨਹੀਂ ਦਿੰਦਾ ਸੀ। ਜੇ ਆਪਾਂ ਕਹੀਏ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਜਾਂ ਉਹ ਜਿਹੜੀ ਵਿਚਾਰਧਾਰਾ ਨੂੰ ਬਿਲੋਂਗ ਕਰਦੇ ਨੇ, ਸ਼੍ਰੋਮਣੀ ਅਕਾਲੀ ਮਤਲਬ ਸਿੱਖ ਪੰਥਕ ਵਿਚਾਰਧਾਰਾ, ਪਿਛਲੇ 20 ਸਾਲ ਹੋ ਗਏ ਉਹ ਪੰਥ ਜਿਹੜੀ ਵਿਚਾਰਧਾਰਾ ਨੂੰ ਮਤਲਬ ਸਾਈਡ ਲਾਈਨ ਕਰਤਾ ਸੀ ਪੰਜਾਬ ਦੀ ਪੋਲੀਟਿਕਸ ਤੋਂ ਵੀ ਅਤੇ ਸਾਰੇ ਕਾਸੇ ਤੋਂ ਵੀ। ਅਚਾਨਕ ਕਿਸਾਨ ਮੋਰਚਾ ਆਉਂਦਾ, ਦੀਪ ਸਿੱਧੂ ਦਾ ਵਾਲਾ ਵਰਤਾਂਤ ਉਹ ਵਾਪਰਦਾ ਅਤੇ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਹੈ ਇਹ ਥੋੜ੍ਹੀ ਅੱਪ ਹੁੰਦੀ ਹੈ। ਔਰ ਹੁਣ ਇੰਨੀ ਅੱਪ ਆ ਗਈ ਵੀ ਇਹ ਮੇਨ ਓਪੋਜੀਸ਼ਨ ਪਾਰਟੀ ਬਣ ਗਈ ਪੰਜਾਬ ਦੀ, ਕਿਉਂਕਿ ਜਿਹੜੀ ਅੱਜ ਜੇ ਲੜਾਈ ਲੜ ਰਹੀ ਹੈ ਤਾਂ ਉਹ ਸਾਰੀ ਇਹਨਾਂ ਦੋ ਵਿਚਾਰਧਾਰਾਵਾਂ ਦੀ ਲੜਾਈ ਲੜ ਰਹੀ ਹੈ। ਦੇਖੋ, ਪਹਿਲੀ ਗੱਲ ਇਹ ਆ ਵੀ ਦੇਖੋ, ਜਾਂ ਹਰੇਕ ਗੱਲ ਦੇ ਕਈ ਮਾਇਨੇ ਹੁੰਦੇ ਨੇ। ਪਹਿਲੀ ਗੱਲ, ਜੋ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਭਗਤ ਸਿੰਘ ਦੇ ਖਿਲਾਫ। ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਹੈ, ਔਰ ਉਸ ਜਵਾਬ ਨੂੰ ਕਿਵੇਂ ਤੋੜ ਮਰੋੜ ਕੇ ਪੇਸ਼ ਕੀਤਾ, ਉਹ ਕੰਮ ਮੀਡੀਆ ਨੇ ਕੀਤਾ। ਔਰ ਉਦੋਂ ਬਾਅਦ ਫਿਰ ਸਾਡੇ ਜਿਹੜੇ ਕੁਛ ਪੰਥਕ ਅਖੌਤੀ ਬਣਦੇ ਆ, ਜਿਨ੍ਹਾਂ ਦੀ ਪਹਿਲਾਂ ਮਾਨ ਨੂੰ ਹਰਾਉਣ 'ਤੇ ਜ਼ੋਰ ਲੱਗਿਆ ਹੋਇਆ ਸੀ, ਜਦੋਂ ਜਿੱਤ ਗਿਆ ਫਿਰ ਉਹਨਾਂ ਨੂੰ ਲੱਗਿਆ ਵੀ ਕਿਵੇਂ ਨਾ ਕਿਵੇਂ ਇਹਨੂੰ ਉਹ ਕਰੀਏ। ਫਿਰ ਉਹ ਤੁਸੀਂ ਦੇਖੋ 4 ਦਿਨ ਪਹਿਲਾਂ ਇੱਕ ਅਖਬਾਰ ਨੇ ਦਿੱਤਾ ਜੀ ਇਹ ਕਿਰਪਾਨ ਲੈ ਕੇ ਜਾਣਗੇ, ਨਹੀਂ ਤਾਂ ਇਹ ਅੜਨਗੇ। ਉਹਨੂੰ ਮੀਡੀਆ 'ਚ ਕਿਵੇਂ ਕੀਤਾ। ਮਤਲਬ ਹੁਣ ਸਰਕਾਰ ਵੀ ਇਹ ਚਾਹੁੰਦੀ ਹੈ, ਪੰਜਾਬ ਸਰਕਾਰ ਵੀ ਚਾਹੁੰਦੀ ਹੈ, ਔਰ ਸੈਂਟਰ ਵੀ ਚਾਹੁੰਦੀ ਹੈ, ਕਿਉਂਕਿ ਉਹਨਾਂ ਕੋਲ ਸਮੱਸਿਆਵਾਂ ਦਾ ਹੱਲ ਨਹੀਂ ਹੈ। ਔਰ ਲੋਕਾਂ ਨੂੰ ਉਹ ਕਿਵੇਂ ਉਲਝਾਉਣ, ਕਿਉਂਕਿ ਕੱਲ੍ਹ ਨੂੰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਕੀ ਬੋਲਣਾ, ਉਹ ਚੀਜ਼ ਲੋਕਾਂ ਤਾਈਂ ਪਹੁੰਚੂਗੀ। ਔਰ ਉਸ ਚੀਜ਼ਾਂ ਨਾਲ ਲੋਕਾਂ ਨੂੰ ਪਤਾ ਲੱਗੂਗਾ ਵੀ ਭਾਈ ਗੱਲ ਕੀ ਸੀ। ਉਸ ਚੀਜ਼ ਨੂੰ ਕੰਟਰੋਵਰਸੀ ਦੇ ਵਿੱਚ ਪਾਉਣ ਵਾਸਤੇ ਇਹ ਜਿਹੜੀ ਸਾਰੀ ਗੱਲ ਹੈਗੀ ਹੈ, ਇਹ ਸਾਰੀ ਗੱਲ ਘਟੀ ਜਾ ਰਹੀ ਹੈ। ਦੂਸਰੀ ਗੱਲ, ਇਨ ਬਿਟਵੀਨ 15 ਦਿਨਾਂ ਦੇ ਵਿੱਚ ਕਿੰਨੇ ਇਹੋ ਜਿਹੇ ਮੁੱਦੇ ਹੋਏ ਜਿਹੜੇ ਸੈਂਟਰ ਨੇ ਉਹ ਕੀਤੇ। ਤੁਸੀਂ ਦੇਖੋ, ਪਹਿਲਾਂ ਪਾਰਲੀਮੈਂਟ ਦੇ ਵਿੱਚ ਜਿਹੜੇ ਆਰਟੀਕਲ 19 ਦੇ ਖਿਲਾਫ ਇਹਨਾਂ ਨੇ ਜੋ ਸੀਗਾ ਵੀ ਤੁਸੀਂ ਉੱਥੇ ਆਹ ਸ਼ਬਦਾਵਲੀ ਨਹੀਂ ਬੋਲ ਸਕਦੇ, ਸੈਂਟਰ ਜੋ ਵੀ ਸਪੀਕਰ ਨੇ ਉਹ ਗੱਲ ਕੀਤੀ, ਉਹ ਕਿੰਨਾ ਵੱਡਾ ਮੁੱਦਾ ਹੈ। ਜੇ ਤੁਸੀਂ ਸਰਕਾਰ ਪਾਰਲੀਮੈਂਟ ਦੇ ਵਿੱਚ ਉਸ ਮੁੱਦੇ 'ਤੇ ਕੋਈ ਡਿਬੇਟ ਨਹੀਂ ਹੋਈ, ਨਾ ਕੋਈ ਆਪ ਵਾਲਿਆਂ ਨੇ ਘੇਰੀ, ਆਪ ਦੇ ਕਿਸੇ ਵੀ ਬੰਦੇ ਦੀ ਸਟੇਟਮੈਂਟ ਆਈ ਹੈ ਇਸ ਮਸਲੇ 'ਤੇ ਵੀ ਭਾਈ ਇਹ ਸਾਡੀ ਬੋਲਣ ਦੀ ਆਜ਼ਾਦੀ ਦਾ ਘਾਣ ਹੈ। ਫਿਰ ਹੋਰ ਬਹੁਤ ਇਹੋ ਜਿਹੇ ਮੁੱਦੇ ਨੇ। ਈਵਨ ਪੰਜਾਬ ਸਰਕਾਰ ਹੈ, ਮਾਲਵਾ ਸਾਰਾ ਪਾਣੀ 'ਚ ਡੁੱਬ ਗਿਆ, ਕਿੰਨਾ ਨੁਕਸਾਨ ਹੋ ਗਿਆ ਕਿਸੇ ਦਾ ਆਇਆ, ਇਹ ਉਹਨੂੰ ਘੇਰਨਗੇ ਜਿਹੜਾ ਇਤਿਹਾਸ ਦਾ ਗੋਲਡ ਮੈਡਲਿਸਟ ਰਿਹਾ। ਪਹਿਲੀ ਗੱਲ ਮੈਂ ਇਹ ਕਿਹਾ ਵੀ ਉਹਨੇ ਕਿਸ ਸੰਦਰਭ ਦੇ ਵਿੱਚ ਗੱਲ ਕੀਤੀ ਹੈ। ਮੇਰੀ ਸਾਰੇ ਫੇਸਬੁੱਕ 'ਤੇ ਜਿਹੜੇ ਵਿਚਾਰੇ ਮੇਰੇ ਵਰਗੇ ਹੈਗੇ ਆ, ਜਿਹੜੇ ਅਸੀਂ ਫੇਸਬੁੱਕ ਵਟਸਐਪ ਯੂਨੀਵਰਸਿਟੀ ਤੋਂ ਪੋਸਟਾਂ ਤੋਂ ਪੜ੍ਹ ਕੇ ਅਸੀਂ ਸ਼ੇਅਰ ਕਰਦੇ ਹਾਂ, ਉਹ ਸੱਚੀ ਹੁੰਦੀ ਹੈ ਝੂਠੀ ਹੁੰਦੀ ਹੈ, ਉਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਇੰਨੇ ਹਾਈਪਰ ਨਾ ਹੋ, ਕਿਉਂਕਿ ਹੁਣ ਇਹ ਵੀ ਇੱਕ ਗੌਰਮੈਂਟ ਦੀ ਇੱਕ ਉਸ ਦਾ ਹਿੱਸਾ ਹੈ, ਸਟ੍ਰੈਟਜੀ ਦਾ ਹਿੱਸਾ ਹੈ ਵੀ ਉਹ ਬੰਦਾ ਹੁਣ ਪਹਿਲਾਂ ਤਾਂ ਇਹ ਸੀ ਵੀ ਉਹ ਬੰਦੇ ਨੂੰ ਜਿੱਤਣ ਨਾ ਦੇਵੇ। ਹੁਣ ਜੇ ਜਿੱਤ ਗਿਆ ਤਾਂ ਹੁਣ ਉਹ ਪਾਰਲੀਮੈਂਟ 'ਚ ਕੀ ਬੁਲਾਊ, ਉਹਨੂੰ ਉਹਦਾ ਪ੍ਰਭਾਵ ਘਟਾਇਆ ਜਾਵੇ। ਇਸ ਕਰਕੇ ਇਹ ਗੱਲ ਨੂੰ ਸਮਝੋ, ਇਹ ਭਗਤ ਸਿੰਘ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਇੱਕ ਸਵਾਲ ਦਾ ਜਵਾਬ ਦਿੱਤਾ। ਔਰ ਉਹ ਜਵਾਬ ਜਿਹੜਾ ਬਿਲਕੁਲ ਕਲੀਅਰ ਹੈ, ਉਹਦੇ ਵਿੱਚ ਮਾਨ ਨੇ ਤਾਂ ਆਪ ਦੇ ਤੌਰ 'ਤੇ ਤਾਂ ਕੋਈ ਉਹਦੀ ਗੱਲ ਹੀ ਨਹੀਂ ਕਹੀ। ਉਹਨੇ ਤਾਂ ਰੈਫਰੈਂਸ ਦਿੱਤਾ ਜੋ ਮਤਲਬ ਸਾਡੀਆਂ ਕਿਤਾਬਾਂ ਦੇ ਵਿੱਚ ਲਿਖਿਆ, ਜੋ ਰੈਫਰੈਂਸ ਦਿੱਤਾ, ਜੋ ਇਤਿਹਾਸ ਦੇ ਵਿੱਚ ਲਿਖਿਆ। ਦੇਖੋ, ਭਗਤ ਸਿੰਘ ਦਾ ਪਰਿਵਾਰ ਆਰਿਆ ਸਮਾਜੀ ਸੀ, ਉਹ ਸਿੱਖ ਨਹੀਂ ਸੀ। ਨੰਬਰ 1, ਬਹੁਤ ਉਦੋਂ ਪਰਿਵਾਰ ਜਿਹੜੇ ਕਨਵਰਟ ਹੋ ਕੇ ਆਰਿਆ ਸਮਾਜੀ ਜਾਂ ਹੋਰ ਜਿਹੜੇ ਹਿੰਦੂ ਮੱਤ ਦੇ ਵਿੱਚ ਗਏ ਆ, ਉਹਨਾਂ ਵਿੱਚੋਂ ਭਗਤ ਸਿੰਘ ਦਾ ਪਰਿਵਾਰ ਵੀ ਇੱਕ ਸੀਗਾ। ਇਸ ਕਰਕੇ ਇਹ ਗੱਲ ਨੂੰ ਤੁਸੀਂ ਝੁਠਲਾ ਨਹੀਂ ਸਕਦੇ ਵੀ ਭਗਤ ਸਿੰਘ ਸਿੱਖ ਸੀ ਜਾਂ ਕੀ ਸੀ। ਫਿਰ ਭਗਤ ਸਿੰਘ ਦੀ ਹੀ ਕੁਰਬਾਨੀ ਨੂੰ ਇੰਨਾ ਜ਼ਿਆਦਾ ਹਾਈਲਾਈਟ ਕੀਤਾ। ਬਾਕੀ ਜਿਹੜੇ ਸੀਗੇ ਕੁਰਬਾਨੀ, ਜਿਨ੍ਹਾਂ ਨੇ ਆਜ਼ਾਦੀ ਵਾਸਤੇ ਕੁਰਬਾਨੀ ਕੀਤੀ, ਸ਼ਹੀਦ ਊਧਮ ਸਿੰਘ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਹੈ, ਮਤਲਬ
ਜਿਹੜੇ ਦੂਸਰੇ ਆਪਣੇ ਬਾਬੀ ਗਦਰੇ ਬਾਬੇ ਨੇ, ਹੋਰ ਬਹੁਤ ਸ਼ਹੀਦ ਹੋਏ ਆ। ਇਹਨਾਂ ਦੇ ਨਾਂ ਤੇ ਹੀ ਇੰਨੀ ਕੰਟਰੋਵਰਸੀ ਕਿਉਂ ਹੈ? ਸਭ ਤੋਂ ਵੱਡੀ ਗੱਲ ਇਹ ਸੋਚਣ ਵਾਲੀ ਹੈ। ਫਿਰ ਜੇ ਹੁਣ ਇਤਿਹਾਸ ਦੇ ਵਿੱਚ ਹੁਣ ਉਹ ਗੱਲਾਂ ਜਿਹੜੀਆਂ ਹੈਗੀਆਂ, ਮੁੱਦਾ ਸੀ, ਪੱਤਰਕਾਰ ਨੇ ਪੁੱਛਿਆ ਸੀ ਵੀ ਭਿੰਡਰਾਂ ਵਾਲਿਆਂ ਨੂੰ ਤੁਸੀਂ ਅੱਤਵਾਦੀ ਮੰਨਦੇ ਹੋ, ਤਾਂ ਉਹਨਾਂ ਨੇ ਉਹਦੇ ਸਵਾਲ ਦੇ ਵਿੱਚ ਸਵਾਲ ਪੱਤਰਕਾਰਾਂ ਨੂੰ ਕੀਤਾ ਵੀ ਤੁਸੀਂ ਭਗਤ ਸਿੰਘ ਨੂੰ ਕੀ ਮੰਨਦੇ ਹੋ? ਜੇ ਬੰਦਾ ਨਜਾਇਜ਼, ਦੇਖੋ ਇਤਿਹਾਸ ਦੇ ਵਿੱਚ ਆ ਵੀ ਚੰਨਣ ਸਿੰਘ ਅੰਮ੍ਰਿਤਧਾਰੀ ਬੰਦਾ ਸੀ, ਇਨੋਸੈਂਟ ਬੰਦਾ ਸੀ। ਜੇ ਅੰਮ੍ਰਿਤਧਾਰੀ ਇਨੋਸੈਂਟ ਬੰਦਾ, ਈਵਨ ਹੁਣ ਤੁਸੀਂ ਅੱਜ ਦੇਖੋ ਜੀ, ਅੱਜ ਕੋਈ ਬੰਦਾ ਇਨੋਸੈਂਟ ਅੰਮ੍ਰਿਤਧਾਰੀ ਬੰਦੇ ਨੂੰ, ਬੇਦੋਸ਼ੀ ਨੂੰ ਕੋਈ ਗੋਲੀ ਮਾਰੂਗਾ ਤਾਂ ਉਹਨੂੰ ਤੁਸੀਂ ਕੀ ਕਹੋਗੇ? ਉਹਨੂੰ ਸ਼ਹੀਦ ਮੰਨੋਗੇ ਕਿ ਕੀ ਕਹੋਗੇ? ਕ੍ਰਾਂਤੀਕਾਰੀ ਸੀ, ਹੋਇਆ ਜਿਨ੍ਹਾਂ ਨੂੰ ਉਹਦੀ ਸ਼ਹੀਦੀ ਜਿਹੜੀ ਕਹਿ ਲਓ ਫੱਬਦੀ ਹੈ, ਉਹਦਾ ਲਾਹਾ ਲੈਂਦੇ ਆ। ਦੂਸਰੀ ਗੱਲ, ਮੈਨੂੰ ਇਹ ਲੋਕਾਂ ਦਾ ਨਹੀਂ ਪਤਾ, ਦੇਖੋ ਇਹ ਵਿਚਾਰਧਾਰਾਵਾਂ ਲੜਾਈ ਸੀ। ਗਾਂਧੀ ਦੀ ਭਗਤ ਸਿੰਘ ਨਾਲ ਬਣਦੀ ਨਹੀਂ ਸੀਗੀ, ਨਾਲੇ ਗਾਂਧੀ ਨੂੰ ਬਾਪੂ ਮੰਨੀ ਜਾਂਦੇ, ਨਾਲੇ ਭਗਤ ਸਿੰਘ ਨੂੰ ਬਾਪੂ ਮੰਨੀ ਜਾਂਦੇ ਆ। ਉਹਨਾਂ ਤੋਂ ਸਵਾਲ ਪੁੱਛੋ, ਜਾਂ ਇੱਕ ਇੱਧਰ ਆ ਜਾਓ ਜਾਂ ਇੱਧਰ ਆ ਜਾਓ। ਅਸਲ ਦੇ ਵਿੱਚ ਇਹ ਮੂਸੇ ਵਾਲੇ ਦੇ ਗਾਣੇ ਵਾਂਗੂ ਨਾ ਉਹਨਾਂ ਚਿਰ ਲੋੜ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ। ਸਾਡੀ ਤੇ ਸਾਡੀ ਪਾਰਟੀ ਦੀ ਇਹ ਪ੍ਰੋਬਲਮ ਹੈ, ਅਸੀਂ ਜੋ ਗੱਲ ਕਰਦੇ ਹਾਂ ਬੜਾ ਸਪਸ਼ਟ ਨਾਲ ਕਰਦੇ ਹਾਂ, ਜਿੱਥੇ ਖੜ ਗਏ ਉੱਥੇ ਖੜ ਗਏ, ਔਰ ਤੱਥਾਂ ਨਾਲ ਖੜ ਗਏ। ਸਾਨੂੰ ਐਂ ਨਹੀਂ ਆਉਂਦਾ ਵੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ, ਵੀ ਅਸੀਂ ਉੱਥੇ ਸਟੇਜ 'ਤੇ ਭਗਤ ਸਿੰਘ ਨੂੰ ਵੀ ਸਲਾਹ ਦਈਏ, ਉਸੇ ਸਟੇਜ 'ਤੇ ਅਸੀਂ ਮਹਾਤਮਾ ਗਾਂਧੀ ਨੂੰ ਵੀ ਸਲਾਹ ਦਈਏ, ਉਸੇ ਸਟੇਜ 'ਤੇ ਅਸੀਂ ਅੰਬੇਡਕਰ ਨੂੰ ਵੀ ਸਲਾਹ ਦਈਏ। ਇਹ ਦੇਖੋ ਪੋਲੀਟੀਕਲ ਤੌਰ 'ਤੇ ਸਾਨੂੰ ਇਸ ਚੀਜ਼ ਦਾ ਹੋ ਸਕਦਾ ਨੁਕਸਾਨ ਹੋਵੇ, ਕਿਉਂਕਿ ਬਹੁਤ ਸਾਰਾ ਯੂਥ ਜਿਹੜਾ ਹੈਗਾ ਭਗਤ ਸਿੰਘ ਨੂੰ, ਕਿਉਂਕਿ ਭਗਤ ਸਿੰਘ ਦਾ ਜਿਹੜਾ ਇੱਕ ਪ੍ਰਤੀਬਿੰਬ ਬਣਾਇਆ ਹੋਇਆ ਸਾਡੇ ਲੋਕ ਨਾਇਕ ਦੇ ਵਿੱਚ, ਲੋਕਾਂ ਨੂੰ ਇਸ ਚੀਜ਼ ਦਾ ਗੁੱਸਾ ਆਊਗਾ ਸਾਨੂੰ। ਪਰ ਗੱਲ ਤਾਂ ਗੱਲ ਹੈ ਨਾ, ਸਹੀ ਤਾਂ ਸਹੀ ਹੈ। ਤੁਸੀਂ ਇਸ ਗੱਲ 'ਤੇ ਨਾ ਕਹੋ ਵੀ ਇਹ ਸਿਮਰਨਜੀਤ ਸਿੰਘ ਨੇ ਮਾਰਨੇ ਕਿਹਾ। ਤੁਹਾਨੂੰ ਬੇਨਤੀ ਹੈ, ਤੁਸੀਂ ਉਹ ਪੜ੍ਹੋ, ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਪੜ੍ਹੋ। ਭਾਰਤ ਦਾ ਸਰਕਾਰ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੀ, ਉਹ ਸਾਰਾ ਕੁਝ ਪੜ੍ਹੋ ਤੁਸੀਂ। ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀ ਭਗਤ ਸਿੰਘ ਨੇ, ਜਿਹੜਾ SC BC ਨੂੰ ਅਧਿਕਾਰ ਦੇਣ ਵਾਸਤੇ ਆ ਰਿਹਾ ਸੀਗਾ। ਫਿਰ ਉਹ ਲਾਲੇ ਦੀ ਮੌਤ ਦਾ ਗੱਲ ਕਰਦੇ, ਜਿਹਦੀ ਮੌਤ 22 ਦਿਨਾਂ ਬਾਅਦ ਹਾਰਟ ਅਟੈਕ ਨਾਲ ਹੁੰਦੀ ਹੈ। ਔਰ ਹਾਰਟ ਅਟੈਕ ਵੀ ਕਿਉਂ ਆਇਆ? ਕਿਉਂਕਿ ਉਹ ਗਦਰ ਪਾਰਟੀ ਦਾ ਪੈਸਾ ਖਾਧਾ ਸੀ ਲਾਲਾ ਲਾਜਪਤ ਰਾਏ ਨੇ। ਹੁਣ ਤੁਸੀਂ ਇਸ ਗੱਲ ਨੂੰ ਇਤਿਹਾਸ 'ਚੋਂ ਕੱਢ ਦਿਓ ਨਾ, ਹੁਣ ਕੱਲ ਨੂੰ ਤੁਸੀਂ ਕਹਿ ਦਿਓ ਮਾਨ ਨੇ ਕਿਹਾ ਜੀ ਲਾਲਾ ਲਾਜਪਤ ਰਾਏ ਨੇ ਪੈਸਾ ਖਾਧਾ ਸੀ ਗਦਰ ਪਾਰਟੀ ਦਾ। ਇਹ ਸਰਦਾਰ ਕਪੂਰ ਸਿੰਘ ਨੇ ਲਿਖਿਆ ਆਪਣੀ ਬੁੱਕ ਸਾਚੀ ਸਾਖੀ ਦੇ ਵਿੱਚ। ਹੁਣ ਤੁਸੀਂ ਉਹਦੇ ਮੁੱਦੇ ਤੇ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਤੁਸੀਂ ਅਦਾਲਤ 'ਚ ਘੜੀਸ ਲਓਗੇ ਨੇ, ਲਾਲੇ ਵਾਲੇ ਵੀ ਖੜ, ਜਿਹੜੇ ਗਲਤ ਆ ਉਹ ਗਲਤ ਹੈ। ਤੇ ਦੇਖੋ, ਜਾਂ ਤਾਂ ਤੁਸੀਂ ਅੰਬੇਡਕਰ ਸਾਹਿਬ ਨੂੰ ਮੰਨ ਲਓ ਤੇ ਜਾਂ ਫਿਰ ਭਗਤ ਸਿੰਘ ਨੂੰ ਮੰਨ ਲਓ। ਗੱਲ ਵਿਚਾਰਧਾਰਾ ਦੀ ਹੈਗੀ ਹੈ, ਬਥੇਰਾ ਕੁਛ ਹੈਗਾ। ਦੇਖੋ ਕ੍ਰਾਂਤੀਕਾਰੀ ਹੈ, ਉਹਨੇ ਕੁਰਬਾਨੀ ਦਿੱਤੀ ਹੈ, ਜਿਨ੍ਹਾਂ ਨੂੰ ਉਹ ਫੱਬਦੀ ਹੈ ਉਹ ਹੈ। ਉਹ ਸਿੱਖਾਂ ਦਾ ਸ਼ਹੀਦ ਨਹੀਂ ਹੈ, ਉਹ ਭਾਰਤ ਦਾ ਸ਼ਹੀਦ ਹੈ, ਬਸ ਇੰਨੀ ਗੱਲ ਹੈ। ਔਰ ਬਾਕੀ ਕਿਸੇ ਤੇ ਆਪਾਂ ਥੋਪ ਨਹੀਂ ਸਕਦੇ ਬਾਈ ਜੀ। ਕੋਈ ਹੁਣ ਤੁਸੀਂ ਦੇਖੋ ਸਾਰੇ ਪੰਜਾਬ ਨੂੰ ਉਹਨੇ ਬੁੱਚੜ ਨੇ ਸਾਰਾ ਅੱਧਾ ਪੰਜਾਬ ਮਾਰਤਾ। ਬੇਅੰਤ ਸਿੰਘ ਉਹ ਕਾਂਗਰਸ ਵਾਲਿਆਂ ਵਾਸਤੇ ਸ਼ਹੀਦ ਹੈ, ਉਹ ਰਵਨੀਤ ਬਿੱਟੂ ਦਾ ਦਾਦਾ, ਉਹ ਕਹਿੰਦਾ ਸ਼ਹੀਦ ਆ, ਉਹ ਮਨਾਉਂਦੇ ਆ। ਰਾਜੇ ਵੜਿੰਗ ਵਰਗੇ ਇੰਦਰਾ ਗਾਂਧੀ ਨੂੰ ਮੰਨਦੇ ਹੈਗੇ ਆ, ਉਹਨੂੰ ਸ਼ਹੀਦ ਮੰਨਦੇ ਆ। ਹੁਣ ਮੈਨੂੰ ਐਂ ਦੱਸੋ ਵੀ ਸ਼ਹੀਦ ਦੀ ਪਰਿਭਾਸ਼ਾ ਉਹਨਾਂ ਲਈ ਹੈ, ਉਹਨਾਂ ਨੂੰ ਠੀਕ ਹੈ। ਹੁਣ ਆਪਾਂ ਥੋੜ੍ਹੀ ਬੇਅੰਤ ਸਿੰਘ ਨੂੰ ਸ਼ਹੀਦ ਮੰਨ ਲਾਂਗੇ, ਉਹਨੂੰ ਬੁੱਚੜ ਨੂੰ ਜਾਂ ਇੰਦਰਾ ਗਾਂਧੀ ਨੂੰ ਜਾਂ ਰਾਜੀਵ ਗਾਂਧੀ ਨੂੰ ਅਸੀਂ ਥੋੜ੍ਹੀ ਸ਼ਹੀਦ ਮੰਨ ਲਾਂਗੇ। ਇਹਨਾਂ ਦੀ ਹੈਗੀ ਆ ਮੰਨੀ ਜਾਣਗੇ, ਸਾਨੂੰ ਕੀ ਇਤਰਾਜ਼? ਸਾਡੇ ਤੇ ਥੋਪ ਹੋਣਾ, ਗੱਲ ਇੱਥੇ ਆ ਕੇ ਖੜਦੀ ਹੈ। ਔਰ ਦੂਸਰੀ ਗੱਲ, ਸਾਡੇ ਬਾਬਾ ਜੀ ਲੱਗੇ ਪਏ ਆ ਮੁੜ ਕੇ ਪਹਿਲਾਂ ਉਹ ਦੂਜੇ ਤਰ੍ਹਾਂ ਹੋ ਗਏ, ਹੁਣ ਕੋਈ ਸਵਾਲ ਨਹੀਂ ਆਇਆ। ਤੇ ਹੁਣ ਆਖੇ ਜੀ ਭਾਈ ਜਟਾਣੇ ਨੂੰ ਕੀ ਕਰਨ? ਯਾਰ ਜਟਾਣਾ ਸਿੱਖਾਂ ਦਾ ਸ਼ਹੀਦ ਹੈ, ਠੀਕ ਹੈ, ਜਟਾਣਾ ਸਿੱਖਾਂ ਵਾਸਤੇ ਲੜਿਆ। ਅਸੀਂ ਕੋਈ ਜਿਹੜੇ ਆਜ਼ਾਦੀ ਦੇ ਘੁਲਾਟੀਆਂ ਉਹਨਾਂ ਦੀ ਖਿਲਾਫਤ ਨਹੀਂ ਕੀਤੀ, ਖਿਲਾਫਤ ਅਸੀਂ ਕਿਸੇ ਦੀ ਵੀ ਨਹੀਂ ਕੀਤੀ, ਈਵਨ ਭਗਤ ਸਿੰਘ ਦੀ ਖਿਲਾਫਤ ਵੀ ਨਹੀਂ ਕੀਤੀ। ਅਸੀਂ ਤਾਂ ਇਹ ਗੱਲ ਕੀਤਾ ਵੀ ਆਹ ਇਤਿਹਾਸ ਦੇ ਵਿੱਚ ਲਿਖਿਆ। ਔਰ ਦੂਸਰੀ ਗੱਲ, ਜੇ ਕਹਿੰਦੇ ਕੇਸ ਦਰਜ ਕਰਾਇਆ, ਕੱਲ ਕਹਿੰਦੇ ਕਰਾਵਾਂਗੇ, ਯਾਰ 2005 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਕੇਸ ਦੇ ਵਿੱਚੋਂ ਬਰੀ ਹੋਏ ਨੇ। 9 ਦੇ ਵਿੱਚ ਉਹਦਾ ਫੈਸਲਾ ਹੋਇਆ, 5 ਸਾਲ ਕੇਸ ਚੱਲਿਆ। ਪਟਿਆਲਾ ਪੁਲਿਸ ਨੇ ਕੀਤਾ ਸੀ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਉੱਤੇ, ਔਰ ਮਾਨ ਸਾਹਿਬ ਬਾਇਜ਼ਤ ਬਰੀ ਹੋਏ ਆ। ਤੇ ਜੇ ਅੱਜ ਤੁਸੀਂ ਫੇਰ ਵੀ ਚੈਲੰਜ ਕਰ ਰਹੇ ਹੋ, ਅਸਿੱਧੇ ਤੌਰ ਤੇ ਤੁਸੀਂ ਭਾਰਤ ਦੀ ਜਿਹੜੀ ਜੁਡੀਸ਼ੀਅਲ ਸਿਸਟਮ ਹੈ ਉਹਨੂੰ ਟਾਰਗੇਟ ਕਰ ਰਹੇ ਹੋ, ਉਹਦਾ ਮਜ਼ਾਕ ਉਡਾ ਰਹੇ ਹੋ। ਜਿਹੜੇ ਬੰਦੇ ਨੂੰ ਜਿਹੜੇ ਦੋਸ਼ ਦੇ ਵਿੱਚ ਅਦਾਲਤ ਨੇ ਬਰੀ ਕੀਤਾ, ਉਸ 'ਚ ਤੁਸੀਂ ਕਿਵੇਂ ਮਾਫੀ ਮੰਗਵਾ ਲਓਗੇ? ਤੁਸੀਂ ਅਦਾਲਤ ਦੇ ਖਿਲਾਫ ਜਾਓ, ਵੱਡੀ ਅਦਾਲਤ 'ਚ, ਵੀ ਭਾਈ ਉਹਨੇ ਇਹ ਫੈਸਲਾ ਕਾਹਤੋਂ ਕੀਤਾ? ਕੋਈ ਦਿਮਾਗ ਤੋਂ ਮਾੜਾ ਮੋਟਾ। ਫਿਰ ਉਹ ਇੱਕ ਗੱਲ ਛੱਡ ਜਾਂਦੀ ਹੈ ਰੁੜ ਸਿੰਘ ਦੀ, ਆਪਾਂ ਨੂੰ ਨਹੀਂ ਪਤਾ। ਦੇਖੋ ਮਾਨ ਸਾਹਿਬ ਨੇ ਇੱਕ ਕੈਲੰਡਰ ਜਾਰੀ ਕੀਤਾ ਸੀਗਾ, ਇੱਕ ਸ਼ਾਇਦ ਉਹਦੀ ਕਾਨਫਰੰਸ ਤੇ
ਫਤਿਹਗੜ੍ਹ ਸਾਹਿਬ ਸਰਹੰਦ ਦੀ, ਉਹਦੇ ਵਿੱਚ ਸਿੱਖ ਕੌਮ ਦੇ ਜਿਹੜੇ ਗਦਾਰ ਹੋਏ ਉਹਨਾਂ ਦਾ ਨਾਮ ਸੀ ਉਹਦੇ 'ਚ, ਜਨਰਲ ਦਿਆਲ, ਵੈਦਿਆ, KPS ਗਿੱਲ, ਬਾਦਲ ਕਾ ਲਾਣਾ, ਇਹਨਾਂ ਸਾਰਿਆਂ ਦੀ ਉਹ ਸੀਗੀ। ਉਹਦੇ 'ਚ ਅਰੁਣ ਸਿੰਘ ਦੀ ਫੋਟੋ ਵੀ ਸੀਗੀ, ਠੀਕ ਹੈ। ਬਾਕੀ ਅਰੁਣ ਸਿੰਘ ਨੇ ਸਰੋਪਾ ਦਿੱਤਾ, ਉਹਨੇ ਉਹਦੀ ਮਾਫੀ ਵੀ ਮੰਗੀ ਹੈ, ਠੀਕ ਹੈ। ਇਤਿਹਾਸ ਉਹਦਾ ਉਸ ਚੀਜ਼ ਦਾ ਸਾਰੇ ਸਾਹਮਣੇ ਹੈਗਾ। ਹੁਣ ਜੇ ਆਪਾਂ ਪੋਤਿਆਂ ਦੀ ਗੱਲ ਕਰੀਏ, ਦਾਦੇ ਪੋਤਿਆਂ ਦੀ ਗੱਲ ਕਰੀਏ ਤਾਂ ਬਥੇਰੇ ਆ। ਜੇ ਭਗਤ ਸਿੰਘ ਦੇ ਦਾਦੇ ਨੇ ਕੀ ਕੀਤਾ ਸੀ, ਉਹ ਆਰਿਆ ਸਮਾਜੀ ਸੀ, ਉਹ ਸਿੱਖਾਂ ਦੇ ਖਿਲਾਫ ਭੁਗਤਦਾ ਰਿਹਾ। ਬੇਅੰਤ ਸਿੰਘ ਦੇ ਉਹਦੇ ਬਿੱਟੂ ਦੇ ਦਾਦੇ ਨੇ ਕੀ ਕੀਤਾ ਸੀ, ਅੱਧਾ ਪੰਜਾਬ ਮਾਰਤਾ। ਆਪਣੇ ਬੜਿੰਗ ਵਰਗਿਆਂ ਦੇ ਦਾਦੇ ਦੂਜੇ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ। ਇਹ ਤਾਂ ਬਥੇਰੇ ਇਹੋ ਜਿਹੇ ਪੋਲੀਟੀਸ਼ੀਅਨ ਹੋਏ ਆ ਜਿਹੜੇ ਮਾਂ ਨੂੰ ਐਂ ਕਹਿੰਦੇ ਆ ਵੀ ਇਹਨੂੰ ਕੀ ਹੈ, ਜਿਹੜੇ ਚਿੱਟਾ ਵੇਚ ਕੇ ਅਤੇ ਸ਼ਰਾਬ ਦੀਆਂ ਉਹ ਕਰਕੇ ਉਹਦੇ 'ਚ ਬਣੇ ਆ, ਲੀਡਰ ਬਣੇ ਆ। ਔਰ ਫਿਰ ਇਹੋ ਜਿਹੇ ਜੇ ਆਪਾਂ ਉਹ ਪਿਛੋਕੜ, ਗੱਲ ਕਿੱਥੇ ਸੀ, ਬਹੁਤ ਮੁੱਦੇ ਨੇ। ਹੁਣ ਗੱਲ ਕਰੋ ਵੀ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਰਾਘਵ ਚੱਡਾ ਦੀ ਨਿਯੁਕਤੀ ਸੀ ਉਹ ਕਿਉਂ ਜਾਇਜ਼ ਸੀ, ਨਜਾਇਜ਼ ਸੀ, ਉਹ 'ਤੇ ਚਰਚਾ ਕਰੋ। ਉਹ 'ਤੇ ਕਰਨਾ 92 MLA ਜਿਹੜੇ ਹੈਗੇ ਆ ਬੋਲਦੇ ਆ। ਸਿਰਫ ਭਗਤ ਸਿੰਘ ਦਾ ਹੀ ਇਸ਼ੂ ਕਿਉਂ ਹੁੰਦਾ? ਜਦੋਂ ਅੱਜ ਤੋਂ 15 ਦਿਨ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਕਹਿੰਦੇ ਆ, ਇਹ ਵਾਰ-ਵਾਰ ਹਰੇਕ ਪਾਰਟੀ, ਕਾਂਗਰਸ ਕਹਿੰਦੀ ਹੈ, BJP ਕਹਿੰਦੀ ਹੈ ਸਾਡੇ ਸੈਂਟੀਮੈਂਟਸ ਨਹੀਂ ਹੈਗੇ, ਸਾਡੇ ਸੈਂਟੀਮੈਂਟਸ ਨਹੀਂ ਉਹ ਹੁੰਦੇ। ਉਹਨੂੰ ਤੁਸੀਂ ਕੁਛ ਮਰਜ਼ੀ ਕਹੋ, ਤੇ ਭਗਤ ਸਿੰਘ ਨੂੰ ਕਹਿਤਾ ਤਾਂ ਫਿਰ ਤੁਸੀਂ ਐਸਾ ਅਲਰਟ ਕਰਦੇ ਹੋ। ਇਹ ਆਪ ਦੇ 92 ਜਿਹੜੇ ਬੋਲ ਰਹੇ ਆ ਜਾਂ ਹੋਰ ਬੋਲ ਰਹੇ ਆ, ਬੜਿੰਗ ਤੜਿੰਗ ਵਰਗੇ, ਇਹਨਾਂ ਨੂੰ ਪੁੱਛੋ ਵੀ ਜਦੋਂ ਤੁਸੀਂ ਸਿੱਖਾਂ ਦੇ ਤੁਸੀਂ ਕਹਿ ਦਿੰਦੇ ਹੋ ਜੀ ਇਹ ਸਿੱਖਾਂ ਦਾ ਅਧਿਕਾਰ ਹੈ, ਉਹ ਕਿਹਨੂੰ ਸ਼ਹੀਦ ਮੰਨਣ, ਕਿਹਨੂੰ ਨਾ ਮੰਨਣ, ਤੁਸੀਂ ਥੋੜ੍ਹੀ ਡਿਸਾਈਡ ਕਰੋਗੇ। ਇਸ ਕਰਕੇ ਇਹਦੇ ਨਾ ਇਸ ਮੁੱਦੇ ਨੂੰ ਮਤਲਬ ਬਹੁਤ ਛੇਤੀ ਕਲੋਜ਼ ਕਰਨਾ ਚਾਹੀਦਾ, ਕਿਉਂਕਿ ਪਾਰਲੀਮੈਂਟ ਦੇ ਵਿੱਚ ਕੱਲ੍ਹ ਮਾਨ ਸਾਹਿਬ ਨੇ ਸ਼ਪਥ ਲੈਣੀ ਹੈ, ਔਰ ਉਸ ਤੋਂ ਬਾਅਦ ਜੋ ਕੁਛ ਬੋਲਣਾ ਹੈ ਉੱਥੇ ਉਹਨਾਂ ਨੂੰ, ਸਰਕਾਰ ਨੂੰ ਉੱਥੇ ਇੰਟਰਨੈਸ਼ਨਲ ਜਾਂਚ ਦੀ ਮੰਗ ਹੋਣੀ ਹੈ, ਸਿੱਧੂ ਮੂਸੇਵਾਲੇ, ਦੀਪ ਸਿੱਧੂ ਦੀ, ਠੀਕ ਹੈ। ਸਰਕਾਰ ਨੂੰ ਉਹਨਾਂ ਦੇ ਸਾਹਮਣੇ ਕਿਹਾ ਜਾਊਗਾ ਵੀ ਤੁਸੀਂ ਇਹਨਾਂ ਮਰਡਰ ਕੀਤਾ, ਔਨ ਰਿਕਾਰਡ ਹੋਊਗਾ, ਉਸ ਗੱਲ ਦਾ ਵਜਨ ਹੋਊਗਾ। ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਲੋਕਾਂ ਕੋਲੇ ਨਾ ਪਹੁੰਚੇ ਉਹ ਗੱਲਾਂ, ਵੀ ਮਾਨ ਇਹ ਬਹੁਤ ਉਮੀਦਾਂ ਨੇ ਲੋਕਾਂ ਨੂੰ, ਮਾਨ ਸਾਹਿਬ ਪਾਰਲੀਮੈਂਟ ਦੇ ਵਿੱਚ ਮੁੱਦੇ ਕੀ ਚੱਕਣਗੇ, ਉਹਨਾਂ ਨੂੰ ਕੀ ਬੋਲਣਗੇ, ਉਹਨਾਂ ਨੂੰ ਸਾਰਿਆਂ ਨੂੰ ਮਤਲਬ ਨਾ ਕਿਵੇਂ ਉਹ ਘਟਾਉਣਾ ਉਸ ਚੀਜ਼ ਦੀ, ਜਿਹੜੀ ਉਸ 'ਤੇ ਜਿਹੜੀ ਕਾਰਵਾਈ ਹੋ ਰਹੀ ਹੈ। ਔਰ ਅਸੀਂ ਸਿੱਧੇ ਅਸਿੱਧੇ ਤੌਰ 'ਤੇ ਇਹਦਾ ਬਣ ਰਹੇ ਹਾਂ। ਜਦੋਂ ਅਸੀਂ ਕੋਈ ਹੱਕ 'ਚ ਬੋਲਦਾ, ਮੈਂ ਇਹ ਨਹੀਂ ਕਹਿੰਦਾ ਵੀ ਕੋਈ ਉਹ ਕਰੋ। ਪਹਿਲੀ ਗੱਲ ਤਾਂ ਇਹ ਸਮਝੋ, ਪੂਰੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ 'ਚ ਬਹੁਤ ਸਵਾਲ ਹੋਏ ਸੀ। ਪ੍ਰੈਸ ਕਾਨਫਰੰਸ ਹੋਈ ਸੀ। ਹੁਣ ਮੈਂ ਤੁਹਾਨੂੰ ਦੱਸਾਂ, SYL ਦਾ ਮੁੱਦਾ ਹੈ, ਰਾਜਸਥਾਨ ਨੂੰ ਪਾਣੀ ਦੇਣ ਦਾ ਮੁੱਦਾ ਹੈ, ਦੂਜਿਆਂ ਨੂੰ ਪਾਣੀ। ਦੇਖੋ, ਜਿਹੜੇ ਪੰਜਾਬੀ ਬੋਲਦੇ ਇਲਾਕੇ, ਮਤਲਬ 2018 'ਚ ਮੈਂ ਚਿੱਠੀ ਲਿਖੀ ਸੀ ਆਪਣੇ ਨੂੰ ਪੰਜਾਬੀ ਬੋਲਦੇ ਇਲਾਕਿਆਂ ਬਾਰੇ, ਰਾਜਸਥਾਨ ਦੇ ਇਲਾਕਿਆਂ ਬਾਰੇ। ਜਿਹੜਾ ਰਾਜਸਥਾਨ ਦਾ ਗੰਗਾਨਗਰ, ਹਨੂੰਮਾਨਗੜ੍ਹ ਜ਼ਿਲ੍ਹਾ ਹੈ, ਸਰਸਾ ਜ਼ਿਲ੍ਹਾ ਹੈ, ਕਰਨਾਲ ਜ਼ਿਲ੍ਹਾ ਹੈ, ਜਦੋਂ ਉਹ ਪੰਜਾਬ 'ਚ ਸ਼ਾਮਲ ਹੋ ਗਏ, ਸਾਨੂੰ ਪਾਣੀ ਦੀ ਮੰਗਣ ਦੀ ਲੋੜ ਹੀ ਨਹੀਂ। ਅਸੀਂ ਪਾਰਟ ਆਫ ਰਿਪੇਰੀਅਨ ਸਟੇਟ ਦੇ ਹੋ ਗਏ ਤਾਂ ਸਾਨੂੰ ਉਹ ਪਾਣੀ ਦੇਣਗੇ ਹੀ ਦੇਣਗੇ। ਹੁਣ ਹਬੋਰ ਦੀ ਜ਼ਮੀਨ ਹੈ, ਹਬੋਰ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਉਹ ਸਾਥੋਂ ਮਾੜਾ ਹੈ, ਰਤੀਲਾ ਜ਼ਿਆਦਾ ਹੈ, ਅਤੇ ਹਬੋਰ ਨੂੰ ਪਾਣੀ ਥੋੜ੍ਹੀ ਮੰਗਦਾ ਉਹ ਪੰਜਾਬ ਨੂੰ ਵੀ ਪਾਣੀ ਦਿਓ, ਉਹਨਾਂ ਨੂੰ ਮਿਲਦਾ ਪਾਣੀ। ਮਾਨ ਸਾਹਿਬ ਨੇ ਤਾਂ ਇਹ ਗੱਲ ਕੀਤੀ ਹੈ। ਹੁਣ ਉਹ ਮਾਨ ਸਾਹਿਬ ਦਾ ਜਿਹੜਾ ਦੂਸਰੀ ਸਟੇਟਮੈਂਟ ਹੈ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਅਖੇ ਜੀ ਇਹ ਤੁਸੀਂ ਬੇਸ਼ਰਮ ਹੋ। ਮਾਨ ਸਾਹਿਬ ਨੇ ਉਹ ਵੀ ਤੁਸੀਂ ਪੂਰਾ ਸੁਣੋ, ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਹਰਿਆਣਾ ਬਣਾਇਆ ਸੀ ਹਰਿਆਣਵੀ ਲੋਕਾਂ ਵਾਸਤੇ, ਤੁਸੀਂ ਯਾਰ ਫੇਰ ਵੀ ਬੰਦਾ ਉਹ ਕੀਤਾ, ਉਹ ਕਰ ਲਿਆ, ਪੰਜਾਬ ਦਾ ਤੁਸੀਂ ਕਰ ਲਿਆ। ਦੇਖੋ 10 ਸਾਲ ਹੋ ਗਏ, ਇਹ ਮੇਰੀ ਹਰਿਆਣੇ ਵਾਲਿਆਂ ਨੂੰ ਬੇਨਤੀ ਹੈ, 10 ਸਾਲ ਹੋ ਗਏ, 10 ਸਾਲਾਂ ਦੇ ਵਿੱਚ ਖੱਟਰ ਮੁੱਖ ਮੰਤਰੀ ਹੈ ਹਰਿਆਣੇ ਦਾ, ਔਰ ਹਰਿਆਣਾ ਇੱਕ ਜਾਟ ਸੂਬਾ ਜਾਂ ਕਹਿ ਲਓ, ਜਾਂ ਇੱਕ ਪੰਜਾਬ ਵਾਲਾ ਉਹਦੀ ਸਿਮਿਲੈਰਿਟੀ ਪੈਂਦੀ ਹੈ। ਉਹਦੇ 'ਚ ਸਿਰਫ ਭਜਨ ਲਾਲ ਤੋਂ ਬਿਨਾਂ ਹੋਰ ਕੋਈ ਨੌਨ ਜਾਟ ਉਹ ਬਣਿਆ ਨਹੀਂ ਸੀਗਾ। ਪੰਜਾਬ ਦੇ ਵਿੱਚ ਅਸਿੱਧੇ ਤੌਰ 'ਤੇ ਲਾਲਾ ਰਾਜ ਕਰ ਰਿਹਾ ਹੈ ਦਿੱਲੀ ਦਾ। ਸਾਡਾ ਕਿੰਨੀ ਖਿਲਾਫਤ ਕੀਤੀ ਹੈ। ਜੇ ਸਿੱਧੇ ਤੌਰ 'ਤੇ ਆ ਜੇ, ਅਸਿੱਧੇ ਤੌਰ 'ਤੇ ਇੰਨਾ ਵਿਰੋਧ ਹੈ, ਜੇ ਸਿੱਧੇ ਤੌਰ 'ਤੇ ਆ ਜੇ ਤਾਂ ਕੀ ਬਣੂਗਾ। ਔਰ ਉੱਥੇ ਉਹ 10 ਸਾਲ ਹੋ ਗਏ ਸਿੱਧੇ ਤੌਰ 'ਤੇ ਰਾਜ ਕਰ ਰਿਹਾ। ਔਰ ਜਿਨ੍ਹਾਂ ਨੇ ਸੂਬਾ ਬਣਾਇਆ, ਚੌਧਰੀ ਦੇਵੀ ਲਾਲਾ ਵਰਗਿਆਂ ਨੇ, ਉਹਨਾਂ ਨੇ ਬਣਾਇਆ ਐਂ ਸੀ ਨਾ ਵੀ ਅਸੀਂ ਰਾਜ ਕਰਾਂਗੇ, ਸਾਡੀ ਜਿਹੜੀ ਜਾਟ ਕੌਮ ਹੈ ਉਹ ਰਾਜ ਕਰੂਗੀ। ਅਤੇ ਫਿਰ ਉਹਦੀ ਮਾਨ ਸਾਹਿਬ ਦੀ ਸਟੇਟਮੈਂਟ ਗਲਤ ਹੈ। ਕਿ ਹੁਣ ਕੱਲ੍ਹ ਨੂੰ ਜੇ ਪੰਜਾਬ ਦੇ ਵਿੱਚ ਇਹ ਹੁੰਦੇ ਤਾਂ ਮਾਨ ਸਾਹਿਬ ਹਰਿਆਣੇ ਨੂੰ ਥੋੜ੍ਹੀ, ਪੰਜਾਬ ਨੂੰ ਵੀ ਇਹ ਗੱਲ ਕਹਿਣਗੇ ਵੀ ਭਾਈ ਤੁਸੀਂ ਤਾਂ ਬੇਸ਼ਰਮ ਹੋ ਯਾਰ, ਤੁਸੀਂ ਇਹੋ ਜਿਹੇ ਬੰਦਿਆਂ ਨੂੰ। ਉਹ ਮਾਨ ਸਾਹਿਬ ਕਹਿੰਦੇ ਰਹੇ ਆ ਵੀ ਮੈਨੂੰ ਮੇਰੀ ਕੌਮ ਹਰਾਉਂਦੀ ਰਹੀ ਹੈ, ਵੀ ਇਹ ਤਾਂ ਉਹਨਾਂ ਨੂੰ ਵੋਟਾਂ ਪਾਉਣਗੇ ਜਿਹੜੇ ਇਹਨਾਂ ਨੂੰ ਕੁੱਟਦੇ ਆ। ਇਹਦੇ 'ਚ ਕੀ ਗਲਤ ਗੱਲ ਹੈ? ਹਰਿਆਣੇ ਵਾਲਿਆਂ ਨੂੰ ਦਿਮਾਗ 'ਚ ਸੋਚਣਾ ਚਾਹੀਦਾ ਹੈ। ਅਸੀਂ ਹਰਿਆਣਾ ਬਣਾਇਆ ਸੀ,
ਹਰਿਆਣਾ ਕਿੰਨਾ ਲੋਕਾਂ ਨੇ ਬਣਾਇਆ ਸੀ ਤੇ ਅੱਜ ਰਾਜ ਕੌਣ ਕਰੀ ਜਾਂਦਾ ਉੱਥੇ। ਔਰ ਫਿਰ ਉਹਨਾਂ ਨੇ ਹਰਿਆਣੇ ਨੂੰ ਵੱਡੇ ਕਰਨ ਦੀ ਗੱਲ ਵੀ ਕਹੀ ਹੈ। ਹਰਿਆਣੇ ਦੇ ਵਿੱਚ ਸਹਾਰਨਪੁਰ ਯੂਨਿਟ ਹੈ, ਆਗਰਾ ਯੂਨਿਟ ਹੈ, ਜਿਹੜੀ ਡਿਵੀਜ਼ਨ ਹੈ ਉਹ ਸ਼ਾਮਲ ਹੋਣ ਦੀ ਗੱਲ ਵੀ ਕਹੀ ਹੈ। ਉਹਦੇ 'ਚ ਤੁਸੀਂ ਕੀ ਕਹੋਗੇ? ਉਹ ਕਿਸੇ ਟੀਵੀ ਚੈਨਲ ਨੇ ਜਾਂ ਉਸ ਨੇ ਦਿੱਤਾ ਵੀ ਮਾਨ ਸਾਹਿਬ ਨੇ ਪੰਜਾਬ ਜਿਹੜੇ ਪਾਣੀਆਂ ਦੇ ਮੁੱਦਿਆਂ ਦੇ ਹੱਲ ਵੀ ਦਿੱਤੇ ਆ, ਵੀ ਹਰਿਆਣੇ ਨੂੰ ਪਾਣੀ ਵੀ ਮਿਲ ਜੂਗਾ ਔਰ ਪੰਜਾਬ ਦਾ ਪਾਣੀ ਵੀ ਨਾ ਜਾਊਗਾ। ਉਹ ਤੇ ਕਦੇ ਕਿਸੇ ਪੱਤਰਕਾਰ ਨੇ ਗੱਲ ਕੀਤੀ ਹੈ? ਕਿਉਂਕਿ ਹੁਣ ਮੈਂ ਦੇਖਿਆ ਸਾਰੇ ਜਿਹੜੇ ਮੀਡੀਆ ਚੈਨਲ ਹੈਗੇ ਆ ਉਹ ਸਰਕਾਰ ਦੀ ਉਹਨਾਂ ਨੂੰ ਚੰਗੇ ਮੋਟੇ ਪੈਸੇ ਉਹ ਬਣੇ ਆ, ਉਹ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਹੈਗੀ ਜੋ ਸਰਕਾਰ ਨੂੰ ਢੁਕਦੀ ਹੈ। ਕਿਉਂਕਿ ਕੱਲ੍ਹ ਨੂੰ ਮਾਨ ਸਾਹਿਬ ਨੇ ਸ਼ਪਥ ਲੈਣੀ ਹੈ, ਸਹੁੰ ਚੁੱਕ ਸਮਾਗਮ ਹੈ। ਹੁਣ ਕਈ ਬੰਦੇ ਕਹਿੰਦੇ ਜੀ ਉਹ ਭਾਰਤ ਦੀ ਜਿਹੜੀ ਹੈਗੀ ਆ ਸੰਵਿਧਾਨ ਦੀ ਸਹੁੰ ਚੱਕਣਗੇ। ਮਾਨ ਸਾਹਿਬ ਬੜਾ ਕਲੀਅਰ ਕਰ ਚੁੱਕੇ ਆ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ ਜਵਾਹਰ ਲਾਲ ਨਹਿਰੂ, ਨਰਿੰਦਰ ਮੋਦੀ 1962 ਤੇ 2000 ਦੇ ਵਿੱਚ ਦੇਸ਼ ਨੂੰ ਤੋੜ ਕੇ ਅੱਧਾ ਚੀਨ ਨੂੰ ਤੇ ਪਾਕਿਸਤਾਨ ਨੂੰ ਦੇ ਸਕਦਾ ਹੈ, ਤੇ ਅਸੀਂ ਤਾਂ ਫਿਰ ਇੱਕ MP ਦੀ ਸ਼ਪਥ ਲੈਣੀ ਹੈ, ਅਸੀਂ ਵੀ ਖਾਲਿਸਤਾਨ ਵਾਸਤੇ ਲੜ ਸਕਦੇ ਹਾਂ। ਨੰਬਰ 2, ਜਿਹੜੀ ਉਹਨਾਂ ਨੇ ਬਹੁਤ ਪਹਿਲਾਂ ਹੀ ਗੱਲ ਕੀਤੀ ਸੀ, ਜਿਹੜੀ ਹੁੰਦੀ ਹੈ ਨਾ ਵਫਾਦਾਰੀ, ਇਹ ਦਿਲੋਂ ਹੁੰਦੀ ਹੈ। ਕਿਸੇ ਨੂੰ ਕਾਗਜ਼ ਦੇ ਟੁਕੜੇ ਜਾਂ ਬੁਲਾ ਕੇ ਤੁਸੀਂ ਵਫਾਦਾਰੀ ਨਹੀਂ ਲੈ ਸਕਦੇ। ਅਸੀਂ ਸੰਵਿਧਾਨ ਨੂੰ ਬਾਅਦ ਦੇ ਵਿੱਚ ਮੰਨਦੇ ਹਾਂ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨਾਲ ਬੇਇਨਸਾਫੀ ਦੀ, ਕਿਸੇ ਨਾਲ ਊਚ ਨੀਚ ਦੀ ਇਹ ਚੀਜ਼ਾਂ ਉਹ ਹੈਗੀਆਂ ਵੀ ਤੁਸੀਂ ਨਹੀਂ ਕਰਨੀਆਂ। ਜੇ ਭਾਰਤ ਦਾ ਸੰਵਿਧਾਨ ਸਾਨੂੰ ਮੰਨ ਲਓ ਭਾਰਤ ਦਾ ਸੰਵਿਧਾਨ ਕਿਸੇ ਹਿਸਾਬ ਨਾਲ ਪਾਵਰ ਦੇ ਕੇ ਸਾਡੇ ਤੇ ਸਾਨੂੰ ਮਤਲਬ ਸਾਡੇ ਨਾਲ ਧੱਕਾ ਕਰਦਾ, ਤਾਂ ਸਾਡੇ ਲਈ ਧਰਮ ਕੀ ਕਹਿੰਦਾ ਪਹਿਲਾਂ ਉਹ ਗੱਲ ਹੈ, ਬਾਅਦ ਦੇ ਵਿੱਚ ਸੰਵਿਧਾਨ ਹੈ। ਤੇ ਚੰਗਾ ਹੋਵੇ ਜੇ ਸੰਵਿਧਾਨ ਤੇ ਭਾਰਤ ਦਾ ਸੰਵਿਧਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਉਹ ਸਿਮਿਲੈਰਿਟੀ ਹੋਵੇ, ਵੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਭਾਰਤ ਦਾ ਸੰਵਿਧਾਨ ਹੋਵੇ ਤੇ ਸਾਰੇ ਰੌਲੇ ਰੱਪੇ ਨਾ ਹੋਣ, ਨਾ ਊਚ ਨੀਚ ਹੋਵੇ, ਨਾ ਰਿਜ਼ਰਵੇਸ਼ਨ ਹੋਵੇ, ਨਾ ਸਾਰਾ ਕੁਝ ਹੋਵੇ। अब बाई जी कहते हैं भी किरपान का की बनूगा। बाई जी 89 च मान साहब जिते, उदू बाद 99 जिते साढ़े सिंह साहिबाना के हुक्म अनुसार उन्होंने वड्डी श्री साहब लैके नहीं गए, क्योंकि आर्टिकल 25 ਦੇ ਵਿੱਚ एक वर्ड लिखा है, तुसी जिहड़ा सिख है किरपान पहन भी सकदा ते किरपान रख भी सकदा है। किरपान पहन का मतलब हुंदा 6 इंची गात्रे वाली, ते किरपान रखण का मतलब हुंदा श्री साहब वड्डी। ਇਹ ਸੰਵਿਧਾਨ ਦੇ ਵਿੱਚ ਦਰਜ ਹੈ। ਮਾਨ ਸਾਹਿਬ ਨੇ ਕੋਈ ਸੰਵਿਧਾਨ ਦੇ ਉਲਟ ਗੱਲ ਨਹੀਂ ਕੀਤੀ ਸੀ, ਜਿਹੜਾ ਇੰਨਾ ਹਊਆ ਖੜਾ ਕੀਤਾ ਸੀ। ਫਿਰ ਵੀ ਮਾਨ ਸਾਹਿਬ ਨੂੰ ਤਾਂ ਇਹ ਸੀ ਮੇਰੀ ਕੌਮ ਮੇਰੇ ਨਾਲ ਖੜੂਗੀ ਇਸ ਮੁੱਦੇ 'ਤੇ, ਕਿਉਂਕਿ ਮੈਂ ਸਹੀ ਹਾਂ, ਸੰਵਿਧਾਨਕ ਤੌਰ 'ਤੇ ਵੀ ਸਹੀ ਹਾਂ ਔਰ ਧਾਰਮਿਕ ਤੌਰ 'ਤੇ ਵੀ ਸਹੀ ਹਾਂ। ਪਰ ਸਾਡੇ ਜਥੇਦਾਰ ਟੌੜੇ ਵਰਗਿਆਂ ਨੇ ਮੁੱਦਾ ਹੀ ਹੋਰ ਬਣਾਤਾ, ਕਹਿੰਦੇ ਵੀ ਇਹਨੇ ਕਿਹੜਾ ਗੱਤਕਾ ਖੇਡਣਾ। ਚਲੋ ਜਿਵੇਂ ਵੀ ਹੈ, ਉਦੋਂ ਬਾਅਦ ਉਹ ਪਾਰਲੀਮੈਂਟ 'ਚ ਗਏ ਆ, 4.5-5 ਸਾਲਾਂ ਦੀ ਜਿਹੜੀ ਟਰਮ ਸੀਗੀ ਉਹਨਾਂ ਨੇ ਪੂਰੀ ਕੀਤੀ ਆ। ਹੁਣ ਵੀ ਉਹ ਜਾਣਗੇ, ਬੋਲਣਗੇ, ਕਿਉਂਕਿ ਅੱਜ ਦੇ ਜਿਹੜੇ ਹਾਲਾਤ ਆ ਉਹਨਾਂ ਦੇ ਹਿਸਾਬ ਨਾਲ ਜੇ ਅੱਜ ਉਹ ਕਰਦੇ, ਕਿਉਂਕਿ ਉੱਥੇ ਬੋਲਣਾ ਕਰਨਾ, ਕਿਉਂਕਿ ਉਹ ਔਨ ਰਿਕਾਰਡ ਹੁੰਦਾ, ਉਹ ਗੱਲਾਂ ਸਾਡੇ ਨਾਲ ਜੋ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਅਮਰੀਕਾ ਵਾਲੇ, ਕੈਨੇਡਾ ਵਾਲੇ, ਖਾਲਿਸਤਾਨ ਦੀ, ਉਹਦੇ 'ਚ ਉਹ ਹੁੰਦਾ। ਹੁਣ ਇਹਨਾਂ ਨੇ ਜਿਹੜੇ ਵਰਡ ਹਟਾਏ ਆ ਉਹਦੇ ਵਿੱਚੋਂ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ, ਉਹਨਾਂ 'ਚੋਂ ਇੱਕ ਸ਼ਬਦ ਇਹਨਾਂ ਨੇ ਕੀਤਾ ਵੀ ਖਾਲਿਸਤਾਨੀ ਤੁਸੀਂ ਬੋਲਣੀ। ਕਿਉਂਕਿ ਮੈਨੂੰ ਪਤਾ ਮਾਨ ਸਾਹਿਬ ਨੇ ਉੱਥੇ ਜਾ ਕੇ ਇਹ ਕਹਿਣਾ ਸੀਗਾ ਵੀ ਮੈਂ ਖਾਲਿਸਤਾਨੀ ਹਾਂ, ਔਰ ਇਸ ਭਾਰਤ ਦੇ ਲੋਕ ਸਭਾ ਦੇ ਰਿਕਾਰਡ ਦੇ ਵਿੱਚ ਇਹ ਚੀਜ਼ ਦਰਜ ਹੋਣੀ ਸੀ ਵੀ ਇੱਕ MP ਨੇ ਸ਼ਰੇਆਮ ਉੱਥੇ ਖਾਲਿਸਤਾਨੀ ਕਿਹਾ। ਔਰ ਕਿਉਂਕਿ ਜਿਹੜਾ ਖਾਲਿਸਤਾਨੀ ਹੈ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਵੀ ਇਹਦੇ 'ਚ ਤੁਸੀਂ ਕੋਈ ਉਹ ਨਹੀਂ ਹੈਗਾ ਵੀ ਤੁਹਾਡੇ 'ਤੇ ਕੇਸ ਨਹੀਂ ਹੋ ਸਕਦਾ। ਫਿਰ ਇਹ ਜਿਹੜੇ ਲੋਕਾਂ ਦੇ ਕੇਸ ਦਰਜ ਕਰ ਰਹੇ ਆ ਨਾ ਵਾਰ-ਵਾਰ, ਉਹ ਕੇਸ ਦਰਜ ਨਹੀਂ ਹੋਣੇ ਸੀ, ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਵੀ ਬੰਦਾ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕ ਸਭਾ ਸਪੀਕਰ ਕੋਲੇ ਮੋਦੀ ਕੋਲੇ, ਗ੍ਰਹਿ ਮੰਤਰੀ ਕੋਲੇ ਖਾਲਿਸਤਾਨ ਜਿੰਦਾਬਾਦ ਜਾਂ ਖਾਲਿਸਤਾਨੀ ਕਹਿ ਸਕਦਾ ਹੈ, ਤੇ ਫਿਰ ਸਾਨੂੰ ਪੁਲਿਸ ਕਿਉਂ ਫੜਦੀ ਹੈ? ਆ ਬਾਈ ਸੰਨੀ ਬਰਾੜ ਪੁੱਛਦਾ ਵੀ ਮਾਨ ਦੇ ਨਾਨੇ ਨੇ ਕੀ ਕੀਤਾ ਸੀ। ਬਾਈ ਜੀ ਫॉर ਯੂਅਰ ਕਾइंड ਇਨਫੋਰਮੇਸ਼ਨ, ਉਹਦੇ ਨਾਨੇ ਨੇ ਚੰਗੇ ਕੰਮ ਵੀ ਬਹੁਤ ਕੀਤੇ ਸੀ। ਜਿਹੜਾ ਉਹਨੇ ਸਰੋਪਾ ਦਿੱਤਾ ਸੀ ਗਲਤ ਦਿੱਤਾ ਸੀ, ਔਰ ਉਸ ਚੀਜ਼ ਦੀ ਉਹਨੇ ਮਾਫੀ ਵੀ ਮੰਗੀ ਸੀ ਉਹਦੇ ਨਾਨੇ ਨੇ, ਠੀਕ ਹੈ। ਔਰ 2011 ਦੇ ਵਿੱਚ ਇੱਕ ਕੈਲੰਡਰ ਜਾਰੀ ਕੀਤਾ ਸੀ ਪੰਥ ਦੇ ਗਦਾਰਾਂ ਦਾ, ਮਾਨ ਸਾਹਿਬ ਨੇ ਉਹਦੀ ਉੱਤੇ ਫੋਟੋ ਵੀ ਲਾਈ ਸੀਗੀ ਵੀ ਇਹ ਵੀ ਪੰਥ ਦਾ ਗਦਾਰ ਸੀ, ਔਰ ਉਹ ਆਪਦੇ ਨਾਨੇ ਵਾਸਤੇ ਮਾਨ ਸਾਹਿਬ ਨੇ ਵੀ ਮਾਫੀ ਮੰਗੀ ਸੀਗੀ, ਠੀਕ ਹੈ ਨਾ। ਇਹ ਆਏ ਨਹੀਂ ਹੈਗਾ, ਅਸੀਂ ਦੋਗਲੇ ਕਦੇ ਨਹੀਂ ਹੈਗੇ।
कोई दोगली गल नहीं की। यही साडी कमजोरी है तो यही साडी खासियत है। असी दूजियां पार्टियां वांगू गंगा गए, गंगा राम ते जमुना गए, इधर खड़कट कलां जाके असी वो कर लिया, सौं चुक ली, ते असी जाके उधर साबरमती जाके चरखा भी चलाता महात्मा गांधी का। ये दोने काम साथों नहीं होंगे। असी गुरु दे सिख हैं, जो गल करते हैं ठोक के करते हैं। साडे नाल भला पंजाब दा एक बंदा आवे ते भला सारा पंजाब आवे, यही साडी कमजोरी है ते यही साडी मजबूती है भी असी डबल स्टैंडर्ड नहीं हैगे। ना राजे बड़िंग वांगू ਜਿਹੜਾ ਇੱਕ ਪਾਸੇ ਤਾਂ ਮੂਸੇ ਵਾਲੇ ਨਾਲ ਗੱਲ ਕਰਦਾ, ਜਿਹੜਾ ਸੰਤਾਂ ਦੀ ਗੱਲ ਕਰਦਾ ਸੀ, ਦੂਜੇ ਪਾਸੇ ਆਪ ਉਹ ਇੰਦਰਾ ਦਾ ਸਾਊ ਪੁੱਤ ਬਣਦਾ। ਇਹ ਦੋਨੇ ਗੱਲਾਂ ਸਾਥੋਂ ਨਹੀਂ ਹੁੰਦੀਆਂ। ਬਾਕੀ ਬਈ ਰਾਜਨੀਤੀ ਦੇਖੋ, ਰਾਜਨੀਤੀ ਕਰਨ ਵਾਸਤੇ ਹੁੰਦੀ ਹੈ, ਪਰ ਅਸੀਂ ਤਾਂ ਮੁੱਦਿਆਂ ਦੀ ਰਾਜਨੀਤੀ ਕਰਨੇ। ਅਸੀਂ ਤਾਂ ਸਾਡੇ ਜਿਹੜੇ ਦੇਖੋ ਮਾਨ ਸਾਹਿਬ ਦੀ ਇਹਦੇ ਵਾਲੀ ਗੱਲ ਤੁਸੀਂ ਚੱਕ ਲਈ ਸਾਰੀ। ਮਾਨ ਸਾਹਿਬ ਨੇ ਆਪਣੇ ਤੁਹਾਨੂੰ ਪਤਾ ਮਾਨ ਸਾਹਿਬ ਦਾ ਇੰਦਰਾ ਗਾਂਧੀ ਦੇ ਹੁਣ ਥੋੜ੍ਹੇ ਦਿਨ ਪਹਿਲਾਂ ਰਾਹੁਲ ਗਾਂਧੀ ਦੇ ਜਿਹੜੀਆਂ ਰੇਡਾਂ ਪੈਂਦੀਆਂ ਉਹ 'ਤੇ ਮਾਨ ਸਾਹਿਬ ਦੀ ਸਟੇਟਮੈਂਟ ਸੀਗੀ, ਔਰ ਉਹਨੂੰ ਬੜਾ ਹੋਰ ਹਿਸਾਬ ਨਾਲ ਪੇਸ਼ ਕੀਤਾ ਇਲੈਕਸ਼ਨ ਦੇ ਵਿੱਚ ਵੀ ਇਹ ਕਾਂਗਰਸ ਦੀ ਬੋਲੀ ਬੋਲਦਾ, ਕਾਂਗਰਸ ਦੇ ਹੱਕ 'ਚ ਬੋਲਦਾ। ਮਾਨ ਸਾਹਿਬ ਨੂੰ ਇੰਦਰਾ ਗਾਂਧੀ ਦੇ ਕਤਲ ਦੇ ਕੇਸ ਦੇ ਵਿੱਚ ਵੀ ਮਾਨ ਸਾਹਿਬ ਆਰੋਪੀ ਸੀਗੇ, ਠੀਕ ਹੈ। ਉਹ ਲੋਕ ਸਾਨੂੰ ਦੱਸਣਗੇ ਵੀ ਅਸੀਂ 84 ਦੇ ਜਾਂ ਕਾਂਗਰਸ ਦੇ ਖਿਲਾਫ ਹੈ ਜਾਂ ਨਹੀਂ ਆ। ਅੱਜ ਬੰਦੇ ਬਥੇਰੇ ਬੰਦੇ ਆ ਜਿਹੜੇ ਕਦੇ ਕਿਸੇ ਦੇ ਹੋਏ ਨਹੀਂ, ਕਦੇ ਮੁਲਾਇਮ ਸਿੰਘ ਨਾਲ, ਕਦੇ ਮਾਇਆਵਤੀ ਨਾਲ, ਕਦੇ ਪ੍ਰਿੰਕਾ ਨਾਲ, ਤੇ ਉਹ ਅੱਜ ਮਾਨ ਸਾਹਿਬ ਨੂੰ ਪੜ੍ਹਾਉਂਦੇ ਕਹਿੰਦੇ ਆ ਵੀ ਇਹ ਜਿਹੇ ਏਜੰਸੀਆਂ ਦਾ ਬੰਦਾ। ਮੈਂ ਤਾਂ ਇੱਕ ਗੱਲ ਕਹਿਣਾ ਬਾਈ, ਮਾਨ ਸਾਹਿਬ ਦਾ ਤੁਹਾਨੂੰ ਦੱਸਦਾ, ਦੇਖੋ ਉਹਨਾਂ ਨੂੰ ਹੋ ਸਕਦਾ ਕੋਈ ਬੰਦੇ ਦਾ ਸੁਭਾਅ ਖਰਬਾ ਹੋਵੇ, ਅੜਬ ਹੋਵੇ, ਕਿਸੇ ਨੂੰ ਆਪਾਂ ਕਹਿ ਲਈਏ ਵੀ ਕੋਈ ਬੰਦੇ ਨੂੰ ਕੋਈ ਚੀਜ਼ ਨਹੀਂ ਆਉਂਦੀ, ਕੋਈ ਬੋਲਦਾ ਚੰਗਾ, ਕੋਈ ਲਿਖਦਾ ਚੰਗਾ, ਪਰ ਇੱਕ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਭਲਾ ਰਾਜਨੀਤੀ ਸਾਨੂੰ ਉਵੇਂ ਨਹੀਂ ਆਉਂਦੀ, ਉਵੇਂ ਸਾਨੂੰ ਬੋਲਣਾ ਨਹੀਂ ਆਉਂਦਾ ਜਿਵੇਂ ਚੁਟਕਲਿਆਂ ਨਾਲ ਹੋਰ ਦੂਸਰੇ ਲੀਡਰ ਵਧੀਆ ਬੋਲ ਲੈਂਦੇ ਆ, ਲੋਕ ਜੋੜ ਲੈਂਦੇ ਆ, ਲੋਕਾਂ 'ਚ ਹੁੰਦਾ ਸਾਡੀ। ਪਰ ਸਾਨੂੰ ਇਸ ਗੱਲ 'ਤੇ ਮਾਣ ਹੈ ਵੀ ਮਾਨ ਸਾਹਿਬ ਨੇ ਜੋ ਵੀ ਗੱਲ ਕੀਤੀ ਹੈ, ਕਦੇ ਮਤਲਬ ਕਿਸੇ ਨਾਲ ਬੇਇਨਸਾਫੀ ਦੀ ਗੱਲ ਨਹੀਂ ਕੀਤੀ। ਜੋ ਵੀ ਗੱਲ ਕੀਤੀ ਹੈ ਬੜੀ ਸਪਸ਼ਟ ਰੂਪ ਦੇ ਵਿੱਚ ਕੀਤੀ ਹੈ। ਹੁਣ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੁੱਦੇ, ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਗੱਲ ਉਠਾਉਣੇ ਸੀਗੇ, ਮਾਨ ਸਾਹਿਬ ਨੇ ਮੁੱਦਾ ਚੱਕਣਾ ਜਿਹੜਾ ਉਹ ਬਾਰਡਰ ਖਿਲਾਉਣ ਦਾ, ਇੰਟਰਨੈਸ਼ਨਲ ਬਾਰਡਰ ਦਾ, ਵੀ ਪੰਜਾਬ ਦੀ ਕਣਕ, ਪੰਜਾਬ ਦੇ ਆਲੂ, ਪੰਜਾਬ ਦਾ ਜੋ ਵੀ ਹੈ ਖੇਤੀਬਾੜੀ ਦਾ ਸਮਾਨ, ਉਹ ਬਾਹਰ ਜਾਂਦਾ ਔਰ ਜਾਂਦਾ ਉਹ ਕਾਂਡਲਾ ਏਅਰਪੋਰਟ ਦੇ ਥਰੂ ਹੈ। ਲੈ ਕੇ ਕੌਣ ਜਾਂਦੇ ਆ? ਗੁਜਰਾਤ ਦੇ ਬਾਣੀਏ। ਪੋਰਟ ਕਿਹਦੇ ਨੇ? ਅੰਡਾਣੀ ਬਾਣੀ ਦੇ। ਫਸਲ ਕਿਹਦੀ ਆ? ਪੰਜਾਬ ਦੀ। ਪੰਜਾਬ ਦੇ ਵਿੱਚ ਮਜ਼ਦੂਰ ਵੀ ਮਰ ਰਿਹਾ ਔਰ ਪੰਜਾਬ ਦੇ ਵਿੱਚ ਕਿਸਾਨ ਵੀ ਮਰ ਰਿਹਾ ਔਰ ਵਪਾਰੀ ਵੀ ਮਰ ਰਿਹਾ। ਹੁਣ ਮਾਨ ਸਾਹਿਬ ਨੇ ਇਹ 99 ਦੇ ਵਿੱਚ ਮੁੱਦਾ ਚੱਕਿਆ ਸੀ, ਔਰ ਉਸ ਟਾਈਮ ਮਾਨ ਸਾਹਿਬ ਦਾ ਮਜ਼ਾਕ ਉਡਾਇਆ ਸੀ ਸੁਨੀਲ ਜਾਖੜ ਨੇ ਤੇ ਹੋਰ ਸਾਰਿਆਂ ਨੇ, ਵੀ ਇਹਦੇ ਦਿਮਾਗ 'ਚ ਫਰਕ ਪੈ ਗਿਆ, ਇਹ ਪਾਕਿਸਤਾਨ ਨਾਲ ਬਾਰਡਰ ਖੋਲ੍ਹਣ ਦੀਆਂ ਗੱਲਾਂ ਕਰਦਾ। ਅੱਜ 20 ਸਾਲ ਹੋ ਗਏ। ਉਹਨਾਂ ਦਾ ਕਹਿਣਾ ਹੈ ਵੀ ਜੇ ਤੁਸੀਂ ਦੇਖੋ ਇਹ ਵਾਹਗਾ ਬਾਰਡਰ ਰਾਹੀਂ ਅਸੀਂ ਬਾਈ ਰੋਡ, ਸਾਡੀ ਜਿਹੜੀ ਹੈ, ਸਾਡਾ ਸਾਰਾ ਮਿਡਲ ਈਸਟ ਜਿਹੜਾ ਹੈਗਾ ਉਹਦੇ 'ਚ ਕਣਕ ਹੈ, ਫਰੂਟ ਹੈ, ਸਬਜ਼ੀਆਂ ਜਾ ਸਕਦੀਆਂ। ਨਾਲੇ ਤਾਂ ਜਿਹੜੀ ਅਸੀਂ ਫਸਲ ਬੀਜੀਏ ਪੰਜਾਬ ਵਾਸਤੇ, ਉਹ ਫਸਲ ਦਾ ਸਹੀ ਮੁੱਲ ਸਾਡੇ ਲੋਕਾਂ ਨੂੰ ਮਿਲੇ ਜਦੋਂ ਸਾਡੀ ਐਕਸਪੋਰਟ ਹੋ ਰਹੀ ਹੈ ਫਸਲ। ਦੂਸਰੀ ਗੱਲ ਇਹ ਵੀ ਉਹ ਮਜ਼ਦੂਰੀ ਸਾਡੇ ਲੋਕਾਂ ਨੂੰ ਸਹੀ ਮਿਲੇ, ਕਿਉਂਕਿ ਟਰੱਕਾਂ ਦੀ ਲੋਡਿੰਗ ਅਨਲੋਡਿੰਗ ਹੋਊਗੀ, ਫਿਰ ਅਸੀਂ ਖੇਤੀ ਵੀ ਕਰਾਂਗੇ ਕਿਉਂਕਿ ਖੇਤੀ ਲਾਹੇਵੰਦ ਹੋਊਗੀ, ਫਿਰ ਸਾਡਾ ਪ੍ਰਵਾਸ ਵੀ ਰੁਕੂਗਾ, ਕਿਉਂਕਿ ਜਦੋਂ ਸਾਨੂੰ ਇੱਥੇ 4 ਪੈਸੇ ਬਚਣਗੇ, ਹੁਣ ਸਾਡੇ ਵਾਂਗੂ ਇੱਥੇ ਆ ਕੇ ਥੋੜ੍ਹੀ ਦਿਹਾੜੀਆਂ ਕਰੋਗੇ, ਜਦੋਂ ਅਸੀਂ ਖੇਤੀ 'ਚ ਅਸੀਂ ਉਹ ਬਚਾਂਗੇ। ਫਿਰ ਸਾਡਾ ਟਰਾਂਸਪੋਰਟ ਹੈ, ਕਿਉਂਕਿ ਪੰਜਾਬ ਦੇ ਲੋਕਾਂ ਕੋਲੇ, ਸਾਡੇ ਸਿੱਖਾਂ ਕੋਲੇ, ਪੰਜਾਬੀਆਂ ਕੋਲੇ ਦੋ ਹੀ ਚੀਜ਼ਾਂ ਨੇ, ਜਾਂ ਟਰਾਂਸਪੋਰਟ ਦਾ ਜਾਂ ਅਸੀਂ ਖੇਤੀ ਕਰਦੇ ਹਾਂ। ਫਿਰ ਸਾਡੀ ਟਰਾਂਸਪੋਰਟ ਅਤੇ ਖੇਤੀ ਹੈ, ਉਹ ਦੋਨੇ ਸਾਨੂੰ ਉਹਦੇ 'ਚ ਫਾਇਦਾ ਮਿਲੂਗਾ। ਫਿਰ ਸਾਡਾ ਜਿਹੜਾ ਪੰਜਾਬ ਦਾ ਬਾਣੀਆ ਹੈ,
ਇਹ ਧਿਆਨ ਰੱਖੋ ਵੀ ਬਾਣੀਏ ਦੇ ਵੀ ਸਾਡੇ ਪੰਜਾਬ ਦੇ ਬਾਣੀਏ ਨੂੰ ਉਹਦਾ ਫਾਇਦਾ ਮਿਲੂਗਾ। ਹੁਣ ਉਹਦੇ 'ਚ ਬਾਈ ਜੀ ਇਹ ਸਾਰੀ ਚੀਜ਼ ਦਾ ਜਿਹੜਾ ਹੈਗਾ ਉਹ ਹੁਣ ਅਸਲ ਦੇ ਵਿੱਚ ਸ਼ੁਰੂ ਤੋਂ ਸੈਂਟਰ ਦੀ ਇਹ ਨੀਤੀ ਰਹੀ ਹੈ ਵੀ ਪੰਜਾਬ ਸੈਲਫ ਡਿਪੈਂਡੈਂਟ ਨਾ ਹੋ ਜੇ। ਜਿੱਦੇ ਆਤਮ ਨਿਰਭਰ ਹੋ ਗਿਆ ਉਹ ਮਤਲਬ ਉਹਨਾਂ ਨੂੰ ਹਮੇਸ਼ਾ ਡਰ ਰਹਿੰਦਾ ਵੀ ਜਿੰਨਾ ਚਿਰ ਪੰਜਾਬ ਖੜਾ ਹੈ ਉਹਨਾਂ ਚਿਰ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਸਾਥੋਂ ਅੱਡ ਨਾ ਹੋ ਜੇ। ਕਿਉਂਕਿ ਤੁਸੀਂ ਦੇਖੋ, ਮੈਂ ਨਹੀਂ ਕਹਿੰਦਾ, ਤੁਸੀਂ ਵਾਚ ਕਰੋ, ਪੰਜਾਬ ਦੇ ਵਿੱਚ 28 ਸਟੇਟ ਨੇ ਇਨਕਲੂਡਿੰਗ ਪੰਜਾਬ। ਸੈਂਟਰ ਦੀ ਜਿਹੜੀ ਰਾਜਨੀਤੀ ਹੁੰਦੀ ਆ ਉਹ ਬਾਕੀ ਸਟੇਟਾਂ ਲਈ ਹੁੰਦੀ ਆ, ਪੰਜਾਬ ਨੂੰ ਟਰੀਟ ਕਰਦੇ ਆ ਐਜ ਏ ਕੰਟਰੀ। ਜਿਵੇਂ ਪਾਕਿਸਤਾਨ ਵਰਤੀ ਪੰਜਾਬ ਸੈਂਟਰ ਦੀ ਪਾਲਿਸੀ ਹੈਗੀ ਆ ਨਾ, ਜਾਂ ਚਾਈਨਾ ਲਈ ਪਾਲਿਸੀ ਹੈਗੀ, ਉਹ ਸੋਚ ਪੰਜਾਬ ਲਈ ਹੈ ਸੈਂਟਰ ਦੀ। ਕਿਉਂਕਿ ਉਹ ਮਤਲਬ ਨਾ ਦਿਮਾਗੀ ਤੌਰ 'ਤੇ ਉਹ ਪੰਜਾਬ ਨੂੰ ਸੂਬਾ ਨਹੀਂ ਮੰਨਦੇ, ਉਹ ਪੰਜਾਬ ਨੂੰ ਦੇਸ਼ ਹੀ ਮੰਨਦੇ ਵੀ ਇਹਨੂੰ ਕਿਵੇਂ ਨਾ ਕਿਵੇਂ ਖੂੰਜੇ ਲਾਈਏ। ਹੁਣ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਆਏ, ਉਹਨਾਂ ਲਈ ਦੇਖੋ ਕੁਛ ਚੰਗੀਆਂ ਗੱਲਾਂ ਉਹਨਾਂ ਦੇ ਮਨ ਦੇ ਵਿੱਚ ਹੈ, ਪਰ ਉਹ ਕਿਤੇ ਨਾ ਕਿਤੇ ਸੈਂਟਰ ਨੂੰ ਲੱਗਦਾ ਸੀ ਵੀ ਕੇਜਰੀਵਾਲ ਨੂੰ ਵੀ ਯਾਰ ਇਹ ਕਿਤੇ ਆਪਣੇ ਲੈਵਲ 'ਤੇ ਫੈਸਲਾ ਨਾ ਕਰ ਲਏ, ਇੱਥੇ ਕੋਈ ਆਪਣੇ ਲੈਵਲ 'ਤੇ ਪੰਜਾਬ ਪੱਖੀ ਕੋਈ ਪਾਰਟੀ ਜਾਂ ਉਹ ਨਾ ਖੜਾ ਹੋ ਜੇ। ਉਹਨੇ ਉਹ ਰਾਘਵ ਚੱਡਾ ਵਿੱਚ ਚੜਾਤਾ ਵੀ ਇਹ ਕਿਤੇ ਹਲਚਲ ਹੋਊਗੀ ਮੈਨੂੰ ਪਤਾ ਲੱਗੂਗਾ। ਇਹ ਚੀਜ਼ਾਂ ਨੇ ਬਾਈ ਜੀ, ਇਹ ਬਹੁਤ ਡੂੰਘੀ ਉਹ ਹੈਗੀ ਆ। ਮਾਨ ਸਾਹਿਬ ਨੇ ਤਾਂ ਦੇਖੋ 20 ਸਾਲ ਪਹਿਲਾਂ ਹੀ ਗੱਲ ਕੀਤੀ, ਤੇ ਹੁਣ ਜੇ ਇਹ ਸਾਰੀਆਂ ਪਾਰਟੀਆਂ ਨੂੰ ਚਾਹੀਦਾ, ਮੈਨੂੰ ਯਾਦ ਹੈ ਤੁਸੀਂ ਦੇਖੋ ਇੱਕ ਪਾਰਲੀਮੈਂਟ ਦੀ ਜੁਆਇੰਟ ਕਮੇਟੀ ਹੈਗੀ ਹੈ ਜਿਹੜੀ ਐਕਸਟਰਨਲ ਅਫੇਅਰ ਦੀ ਕਮੇਟੀ ਹੈ, ਉਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਪੰਜਾਬ ਪਾਕਿਸਤਾਨ ਨਾਲ ਜਾਂ ਇੰਟਰਨੈਸ਼ਨਲ ਬਾਰਡਰ ਲੱਗਦੇ ਨੇ ਨਾ ਉਹਨਾਂ ਦੇ ਮੈਂਬਰ ਹੁੰਦੇ ਨੇ, ਔਰ ਕਿਸੇ ਦੇਸ਼ ਨਾਲ ਲੜਾਈ ਲਾਉਣੀ ਹੈ ਜਾਂ ਉਹਦੇ ਨਾਲ ਕੀ ਸੰਬੰਧ ਨੇ ਉਹ ਕਮੇਟੀ ਦੇ ਵਿੱਚ ਹੁੰਦੇ ਆ ਸੋਦੇ। ਹੁਣ ਪੰਜਾਬ ਦਾ ਤੁਸੀਂ ਦੇਖੋ ਵੀ ਫਿਰੋਜ਼ਪੁਰ ਜ਼ਿਲ੍ਹਾ, ਫਾਜ਼ਿਲਕਾ ਜ਼ਿਲ੍ਹਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, 5 ਜ਼ਿਲ੍ਹੇ ਪੰਜਾਬ ਦੇ ਲੱਗੇ ਨੇ ਪਾਕਿਸਤਾਨ ਨਾਲ ਬਾਰਡਰ, ਔਰ ਸਭ ਤੋਂ ਸੈਂਸਿਟਿਵ ਬਾਰਡਰ ਹੈ ਇਹ। ਔਰ ਉਸ ਕਮੇਟੀ ਦੇ ਵਿੱਚ ਪੰਜਾਬ ਤੋਂ 15 ਸਾਲ ਹੋ ਗਏ ਕੋਈ ਵੀ ਮੈਂਬਰ ਪਾਰਲੀਮੈਂਟ ਉਸ ਕਮੇਟੀ ਦਾ ਮੈਂਬਰ ਨਹੀਂ ਲਿਆ। ਇਹ ਗੱਲ ਮਾਨ ਸਾਹਿਬ ਨੇ ਚੱਕੀ ਸੀਗੀ ਅੱਜ ਤੋਂ 4 ਸਾਲ 5 ਸਾਲ ਪਹਿਲਾਂ, ਵੀ ਜੇ ਅੱਜ ਪੰਜਾਬ ਨਾਲ ਪਾਕਿਸਤਾਨ ਨਾਲ ਹਾਲਾਤ ਹੈ ਜਾਂ ਪਾਕਿਸਤਾਨ ਨਾਲ ਤੁਸੀਂ ਜੰਗ ਲਾਉਣੀ ਹੈ ਤਾਂ ਘੱਟੋ ਘੱਟ ਸਾਨੂੰ ਇਹ ਤਾਂ ਦੱਸੋ ਵੀ ਸਾਡਾ ਉੱਥੇ ਮੈਂਬਰ ਹੈਗਾ ਕਿ ਨਹੀਂ ਹੈਗਾ ਉਹਦੇ 'ਚ। ਹੁਣ ਸਾਨੂੰ ਤਾਂ ਇਹ ਮੁੱਦੇ ਹੀ ਇਹ ਆ, ਔਰ ਅਸੀਂ ਇਹਨਾਂ ਦੇ ਬਣੀ ਜਾਂਦੇ ਹਾਂ ਵੀ ਠੀਕ ਹੈ। ਕੁਛ ਸਾਡੇ ਹੈਗੇ ਆ ਜਿਹੜੇ ਹਿਸਾਬ ਕਿਤਾਬ ਸਾਡੇ ਲੋਕ ਹੈਗੇ ਜਿਹੜੇ ਆਪਦੀ ਨਿੱਜੀ ਰੰਜਿਸ਼ਾਂ ਕਰਕੇ, ਮੈਂ ਨਹੀਂ ਕਹਿੰਦਾ ਵਿਰੋਧ ਨਾ ਕਰੋ, ਮਾਨ ਸਾਹਿਬ ਦਾ ਜੇ ਤੁਹਾਨੂੰ ਲੱਗਦਾ ਆਹ ਗੱਲ ਹੈਗੀ ਉਹ ਵਿਰੋਧ ਕਰੋ। ਔਰ ਈਵਨ ਮੈਨੂੰ ਪਤਾ ਵੀ ਜੇ ਤੁਸੀਂ ਉਹਨੂੰ ਜਵਾਬ ਵੀ ਪੁੱਛੋਗੇ ਨਾ ਇਹ, ਉਹ ਤੁਹਾਨੂੰ ਉਸ 'ਚ ਸਵਾਲ ਉਸ ਚੀਜ਼ ਦਾ ਜਵਾਬ ਦੇਣਗੇ, ਤੁਹਾਨੂੰ ਸੈਟਿਸਫਾਈ ਕਰਨਗੇ। ਦੇਖੋ ਅਸੀਂ ਕੋਈ ਉਹਨਾਂ ਤੋਂ ਕੁਛ ਲੈਣਾ ਨਹੀਂ, ਕੋਈ ਉਹ ਨਹੀਂ ਲੈਣੀ ਵੀ ਉਹ ਤੋਂ ਉਹਨਾਂ ਨਾਲ ਖੜੇ ਆ, ਤਾਂ ਉਹਦਾ ਇੱਕ ਰੀਜ਼ਨ ਇਹ ਹੈ ਕਿਉਂਕਿ ਸਾਨੂੰ ਇਹ ਲੱਗਦਾ ਵੀ ਉਹ ਸਾਡੇ ਆਈਡੀਓਲੋਜੀ ਨੂੰ ਰੀਪ੍ਰਜੈਂਟ ਕਰਦੇ ਨੇ। ਜੇ ਕੱਲ੍ਹ ਨੂੰ ਉਹ ਆਈਡੀਓਲੋਜੀ ਤੋਂ ਚੱਲਣਗੇ ਨਾ, ਪਾਸੇ ਹੋਣਗੇ, ਸਾਡੇ ਉਹ ਕੁਛ ਨਹੀਂ ਲੱਗਦੇ, ਅਸੀਂ ਉਹਨਾਂ ਨੂੰ 1 ਮਿੰਟ ਲਾਵਾਂਗੇ ਛੱਡਣ ਲੱਗੇ। ਪਰ ਉਹ ਅੱਜ ਦੀ ਤਰੀਕ ਦੇ ਵਿੱਚ ਉਹ ਸਾਨੂੰ, ਪਰ ਦੇਖੋ ਖਹਿਰਾ ਸਾਹਿਬ ਨੇ UAPA ਦਾ ਕੀਤਾ ਸੀ, ਉਹਨਾਂ ਦੀ ਕੀਤੀ ਸਪੋਰਟ। ਜਿੰਨਾ ਚਿਰ ਆਪਾਂ ਪੰਜਾਬ ਪੱਖੀ ਪੰਥ ਪੱਖੀ ਹੋ ਕੇ ਨਹੀਂ ਸੋਚਦੇ ਨਾ, ਆਪਾਂ ਆਪਦੀਆਂ ਨਿੱਜੀ ਲੜਾਈਆਂ ਜਿਹੜੀਆਂ ਹੈਗੀਆਂ ਉਹਨੂੰ ਅੱਗੇ ਰੱਖਾਂਗੇ, ਉਹਨਾਂ ਚਿਰ ਇਹ ਮਸਲਾ ਨਹੀਂ ਹੋਣਾ। ਮੈਂ ਭਗਤ ਸਿੰਘ ਵਾਲੇ ਮਸਲੇ 'ਤੇ ਫੇਰ ਆਉਣਾ। ਭਗਤ ਸਿੰਘ ਵਾਲਾ ਮਸਲਾ ਮਾਨ ਸਾਹਿਬ ਨੇ ਨਹੀਂ ਸ਼ੁਰੂ ਕੀਤਾ, ਇਹ ਤਾਂ ਉਹਨਾਂ ਨੇ ਇੱਕ ਜਵਾਬ ਦਿੱਤਾ, ਉਹਨਾਂ ਨੇ ਆਪਦੇ ਜਿਹੜੇ ਹੈਗੇ ਆ ਉਹਨਾਂ ਨੇ ਰੀਪ੍ਰਜੈਂਟ ਕੀਤੇ ਵੀ ਮੇਰੇ ਮੰਨਣ ਦੇ ਵਿੱਚ ਇਹ ਹੈ। ਹੁਣ ਤੁਸੀਂ ਦੇਖੋ ਈਵਨ ਬਹੁਤ ਵੱਡੀ ਗੱਲ ਹੈ, ਕੋਈ ਵੀ ਆਪਾਂ ਚੀਜ਼ ਲੈਂਦੇ ਹਾਂ, ਕਿਸੇ ਵੀ ਕੋਈ ਧਾਰਮਿਕ ਗ੍ਰੰਥ ਲੈਂਦੇ ਹਾਂ, ਹੋਰ ਲੈਂਦੇ ਹਾਂ, ਹੁਣ ਉਹਦੇ ਵਿੱਚ ਹੁਣ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਹੁਣ ਰਾਤ ਹੋ ਗਈ, ਇੰਡੀਆ ਦੇ ਵਿੱਚ ਉਹ ਵਿਚਾਲੇ ਆ ਅਤੇ ਇੱਥੇ ਸਵੇਰ ਹੈ, ਠੀਕ ਹੈ। ਹੁਣ ਮੌਸਮ 3 ਥਾਂ 'ਤੇ ਬਣਿਆ ਜਿਹੜੀ ਕੁਦਰਤ ਨੇ ਬਣਾਈ ਹੈ। ਹੁਣ ਕਿਸੇ ਪ੍ਰਤੀ ਤੁਹਾਡੀ ਸੋਚ ਕੀ ਹੈ, ਮੇਰੀ ਸੋਚ ਕੀ ਹੈ, ਮੈਂ ਉਹਦੇ ਬਾਰੇ ਕੀ ਪੜ੍ਹਿਆ, ਤੁਸੀਂ ਕੀ ਪੜ੍ਹਿਆ, ਇਸ 'ਤੇ ਡਿਪੈਂਡ ਕਰਦਾ। ਮਾਨ ਸਾਹਿਬ 'ਤੇ ਆਪਾਂ ਥੋੜ੍ਹਾ ਜਿਹਾ ਤਾਂ ਟਰਸਟ ਕਰ ਸਕਦੇ ਹਾਂ ਕਿਉਂਕਿ ਉਹ ਗੋਲਡ ਮੈਡਲਿਸਟ ਰਹੇ ਨੇ ਯੂਨੀਵਰਸਿਟੀ ਦੇ ਇਤਿਹਾਸ ਦੇ, ਉਹਨਾਂ ਨੇ ਇਤਿਹਾਸ ਪੜ੍ਹਿਆ, ਔਰ ਇਸੇ ਕਰਕੇ ਉਹਨਾਂ ਨੇ ਜਿਹੜੀ ਇਹ ਵਿਵਾਦ ਸੀ ਨਾ, ਇਹ ਵਿਵਾਦ ਦਾ ਕੇਸ ਜਿੱਤਿਆ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਕੋਰਟ ਚ ਪੇਸ਼ ਕੀਤੀਆਂ ਵੀ ਇਹ ਆਹ ਚੀਜ਼ ਹੈ ਇਤਿਹਾਸ, ਤੇ ਮੈਂ ਉਹਨੂੰ ਕਿਵੇਂ ਨਾ ਕਰਾਂ। ਕੱਲ੍ਹ ਬਾਈ ਮੰਝਪੁਰ ਨੇ ਇੱਕ ਗੱਲ ਪਾਈ ਸੀ, ਉਹ ਕਹਿੰਦਾ ਇੰਡੀਅਨ IPC ਦੀਆਂ 3 ਧਾਰਾਵਾਂ ਨੇ,
ਜਿਹੜੀਆਂ 1800 ਦੇ ਵਿੱਚ ਸ਼ੁਰੂ ਹੋਈਆਂ, ਇੱਕ 1908 ਦੀ, ਇੱਕ ਸ਼ਾਇਦ 1840 ਦੀ ਹੈ ਕਿ ਕਦੋਂ ਦੀ ਹੈ, ਉਹ ਤਿੰਨੇ ਅੱਜ ਵੀ ਲਾਗੂ ਹੈ। ਜਿਹੜੇ ਦੋਸ਼ ਭਗਤ ਸਿੰਘ ਤੇ ਸੀ ਉਹੀ ਦੋਸ਼ ਜੇ ਅੱਜ ਤੁਸੀਂ ਉਹ ਕੰਮ ਕਰੋਗੇ ਅੱਜ ਵੀ ਉਹੀ ਦੋਸ਼ ਲੱਗਣਗੇ। ਤਾਂ ਫਿਰ ਫਰਕ ਕੀ ਆਇਆ? ਫਿਰ ਆਜ਼ਾਦੀ ਕਿੱਥੇ ਰਹਿ ਗਈ? ਜੇ ਭਗਤ ਸਿੰਘ ਨੇ ਪਾਰਲੀਮੈਂਟ 'ਚ ਬੰਬ ਸੁੱਟਿਆ ਤਾਂ ਉਹ ਸ਼ਹੀਦ ਹੋ ਗਿਆ, ਫਾਂਸੀ ਹੋ ਗਈ, ਤੇ ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ ਨੇ ਪਾਰਲੀਮੈਂਟ ਦੇ ਵਿੱਚ ਬੰਬ ਵੀ ਨਹੀਂ ਸੁੱਟਿਆ ਸੀ, ਉਹਨਾਂ ਨੇ ਇੱਕ ਦੋਸ਼ੀ ਬੰਦੇ ਨੂੰ ਮਾਰਿਆ ਸੀ, ਉਹ ਇਹਨਾਂ ਦੀ ਨਿਗਾਹ ਦੇ ਵਿੱਚ ਅੱਤਵਾਦੀ ਨੇ ਅਕੋਰਡਿੰਗ ਟੂ ਇੰਡੀਆ। ਤੇ ਭਗਤ ਸਿੰਘ ਫਿਰ ਸ਼ਹੀਦ ਕਿਵੇਂ ਹੋ ਗਿਆ? ਡਬਲ ਸਟੈਂਡ ਨਾ ਰੱਖੋ ਨਾ। ਇਹ ਉਹਨਾਂ ਨੇ ਇੰਡਾਇਰੈਕਟਲੀ ਇਹ ਗੱਲ ਪੁੱਛੀ ਹੈ ਵੀ ਇਹ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ, ਸਾਡੇ ਸ਼ਹੀਦ ਸਾਨੂੰ ਮੁਬਾਰਕ, ਤੁਹਾਡੇ ਸ਼ਹੀਦ ਤੁਹਾਨੂੰ ਮੁਬਾਰਕ। ਭਗਤ ਸਿੰਘ ਜਿਹੜਾ ਹੈਗਾ ਉਹ ਸਿੱਖਾਂ ਲਈ ਸ਼ਹੀਦ ਨਹੀਂ ਹੋਇਆ, ਉਹ ਭਾਰਤ ਲਈ ਸ਼ਹੀਦ ਹੋਇਆ। ਇਸੇ ਕਰਕੇ ਭਾਰਤ ਨੇ ਉਹਨੂੰ ਉਹ ਕੀਤਾ, ਕਿਉਂਕਿ ਉਹਨਾਂ ਨੇ ਧਰਮ ਚੇਂਜ ਕਰ ਲਿਆ ਸੀ, ਉਹਨਾਂ ਦੇ ਜਿਹੜੇ ਪੁਰਖੇ ਸੀਗੇ। ਹੁਣ ਕੱਲ੍ਹ ਨੂੰ ਸਪੋਜ਼ ਕਰੋ ਜੇ ਕੋਈ, ਹੁਣ ਜਿਵੇਂ ਦਿਓਲ ਫੈਮਿਲੀ ਹੈ, ਇਹ ਆਰਿਆ ਸਮਾਜੀ ਹੈ, ਹੁਣ ਕੱਲ੍ਹ ਨੂੰ ਇਹਨਾਂ ਦਾ ਕੋਈ ਹੋ ਜੇ ਤਾਂ ਆਪਾਂ ਕਹੀਏ ਜੀ ਇਹ ਦਿਓਲ ਨੇ ਗੋਤ ਦੇ, ਇਹ ਜੱਟ ਨੇ, ਇਹ ਫਿਰ ਗਲਤ ਗੱਲ ਹੈ ਨਾ। ਆਪਾਂ ਉਹਦਾ ਪਿਛੋਕੜੀ ਨਹੀਂ ਪੜ੍ਹਿਆ, ਉਹ ਤਾਂ ਕਦੋਂ ਦੀ ਸਿੱਖੀ ਛੱਡ ਗਏ। ਈਵਨ ਨਾਲੇ ਸਿੱਖੀ ਦੇ ਵਿੱਚ ਤਾਂ ਇਹ ਮਸਲਾ ਹੀ ਨਹੀਂ ਹੈਗਾ ਵੀ ਉਹ ਕੀ ਹੈ, ਭਗਤ ਸਿੰਘ ਸੰਧੂ ਸੀ ਜਾਂ ਕੀ ਸੀ। ਹੁਣ ਬੇਅੰਤ ਸਿੰਘ ਕੀ ਸੀਗਾ? ਜੇ ਨਹੀਂ ਚੱਲਿਆ, ਸਾਡੇ ਖਿਲਾਫ ਚੱਲਿਆ, ਤਾਂ ਬੇਅੰਤ ਸਿੰਘ ਵੀ ਰਗੜਿਆ ਗਿਆ। ਬਥੇਰੇ ਇਹੋ ਜਿਹੇ ਉਦੋਂ ਮੂਵਮੈਂਟ ਦੇ ਵਿੱਚ ਇਹੋ ਜਿਹੇ ਬੰਦੇ ਸੀਗੇ ਜਿਹੜੇ ਹੁਣ ਤੁਸੀਂ ਨਿਹੰਗ ਹੈ, ਪੂਲਾ, ਨਿਹੰਗ ਪੂਲਾ ਕੌਣ ਸੀਗਾ? ਵੱਡੀ ਕਿਰਪਾਨ ਵੀ ਪਾਈ ਸੀ, ਸਾਰਾ ਕੁਛ ਸੀਗਾ। ਇਹ ਤਾਂ ਹੁਣ ਆਪਾਂ ਡਿਸਾਈਡ ਕਰਨਾ ਨਾ ਵੀ ਕੀ ਹੋਇਆ। ਭਗਤ ਸਿੰਘ ਦਾ ਫੇਰ ਵੀ ਇੱਕ ਮੋਨਾ ਬੰਦਾ ਸੀ, ਇੱਕ ਮਤਲਬ ਹਿੰਦੂ ਪਰਿਵਾਰ ਚੋਂ ਸੀ। ਇਹ ਤਾਂ ਨਿਹੰਗ ਤਾਂ ਜਿਹੜਾ ਪੂਲਾ ਸੀ ਜਾਂ ਹੋਰ ਬਹੁਤ ਸੀਗੇ ਵੀ ਜਿਹੜੇ ਬੇਅੰਤ ਸਿੰਘ ਹੋਇਆ, ਹੋਰ ਹੋਇਆ, ਆਪਦੇ ਆਪ ਨੂੰ ਕਹਾਉਂਦੇ ਹੋਣਗੇ ਸਹੀ, ਪਰ ਉਹ ਨਹੀਂ ਸਾਡੇ ਹਿਸਾਬ ਨਾਲ ਚੱਲੇ। ਸਾਡੇ ਲਈ ਉਹ ਸਾਡੇ ਕੁਛ ਨਹੀਂ ਲੱਗਦੇ। ਉਹੀ ਗੱਲ ਵੀ ਉਹੀ ਮੈਂ ਦੂਸਰੀ ਵਾਰ ਮੈਂ ਰਿਪੀਟ ਕਰਦਾ ਗੱਲ ਵੀ ਵੜਿੰਗ ਲਈ ਇੰਦਰਾ ਗਾਂਧੀ ਸ਼ਹੀਦ ਹੈ, ਰਾਜੀਵ ਗਾਂਧੀ ਸ਼ਹੀਦ ਹੈ, ਆਪਣੇ ਕੈਪਟਨ ਅਮਰਿੰਦਰ ਸਿੰਘ ਲਈ ਵੀ ਆ ਸ਼ਹੀਦ ਹੈ, ਉਹਦਾ KPS ਗਿੱਲ ਦੇ ਭੋਗ ਤੇ ਗਿਆ, ਉਹ ਸਾਰਾ ਕੁਛ ਇਹਨਾਂ ਲਈ ਵੀ ਉਹ ਸ਼ਹੀਦ ਨੇ। ਇੰਦਰਾ ਗਾਂਧੀ ਪੰਜਾਬ ਸਰਕਾਰ ਲਈ, ਈਵਨ ਆਪ ਵਾਲਿਆਂ ਲਈ ਵੀ। ਸਾਡੇ ਲਈ ਉਹ ਬੇਅੰਤ ਸਿੰਘ ਜਿਹੜਾ ਮੁੱਖ ਮੰਤਰੀ ਸੀਗਾ, ਉਹ ਉਹਨਾਂ ਦੇ ਪਰਿਵਾਰ ਲਈ ਸ਼ਹੀਦ ਹੈ, ਸਾਡੇ ਲਈ ਨਹੀਂ ਹੈਗਾ। ਸਾਡੇ ਲਈ ਉਹ ਬੁੱਚੜ ਹੈ, ਬੁੱਚੜ ਆਫ ਪੰਜਾਬ, ਸਾਡੇ ਲਈ ਉਹ ਵੀ ਇਸ ਹਿਸਾਬ ਦਾ ਹੈਗਾ। ਇਸ ਕਰਕੇ ਇਸ ਮੁੱਦੇ ਨੂੰ ਇੰਨਾ ਹਾਈਲਾਈਟ ਨਹੀਂ ਕਰਨਾ ਚਾਹੀਦਾ ਜੇ ਸਾਨੂੰ ਕੋਈ ਗੱਲ ਹੈਗੀ ਹੈ, ਕਿਉਂਕਿ ਦੇਖੋ ਭਾਰਤ ਦੀ ਕੋਰਟ ਨੇ ਜੇ ਮਾਨ ਸਾਹਿਬ ਨੂੰ ਬਰੀ ਕੀਤਾ ਇਸ ਮਸਲੇ ਦੇ ਵਿੱਚ ਤਾਂ ਉਹਦਾ ਕੋਈ ਰੀਜ਼ਨ ਹੋਊਗਾ। ਔਰ ਜੇ ਅੱਜ ਅਸੀਂ ਉਸ ਮੁੱਦੇ ਨੂੰ ਚੱਕਦੇ ਹਾਂ, ਇਸ ਲਈ ਅਸੀਂ ਅਦਾਲਤ ਦੀ ਉਹ ਕਰ ਰਹੇ ਹਾਂ, ਆਪਣਾ ਬੇਇੱਜ਼ਤੀ ਕਰ ਰਹੇ ਹਾਂ। ਜਿਹੜੇ ਭਾਰਤ ਦੇ ਸੰਵਿਧਾਨ ਨੇ ਹੋਰ ਨੇ ਉਹ ਕੀਤਾ। ਤੁਸੀਂ ਇੱਕ ਪਾਸਾ ਇਹਨਾਂ ਨੂੰ ਮੁੱਦੇ ਹੋਰ ਬਹੁਤ ਨੇ, ਇੱਧਰ ਸੇਮ ਵਾਲੇ ਏਰੀਏ ਦੇ ਵਿੱਚ ਫਲੱਡ ਆ ਗਏ, ਇਹਨਾਂ ਦੇ ਮਸਲੇ ਹੱਲ ਕਰੋ। ਤੁਸੀਂ ਦੱਸੋ ਰਾਘਵ ਚੱਡਾ ਵਾਲਾ ਮਸਲਾ ਦੱਸੋ ਪੰਜਾਬ ਨੂੰ, ਠੀਕ ਹੈ। ਹੁਣ ਕੱਲ੍ਹ ਇੱਕ ਆਇਆ ਸੀਗਾ, ਹੈਗਾ ਤਾਂ ਸਾਡੇ ਨਾਲ 14 ਬਰਨਾਲੇ ਦੀਆਂ 14 ਪੋਸਟਾਂ ਆਈਆਂ, ਜਿਨ੍ਹਾਂ ਦੇ ਵਿੱਚੋਂ 14 ਸਟੇਸ਼ਨ ਅਸਿਸਟੈਂਟ ਰੱਖੇ, ਜਿਨ੍ਹਾਂ 'ਚੋਂ 14 ਦੇ 14 ਹੀ ਗੰਗਾਨਗਰ ਜ਼ਿਲ੍ਹੇ ਦੇ ਆ। ਉਹ 3 ਸਿੱਖ ਭਾਈਚਾਰੇ 'ਚੋਂ ਨੇ, 11 ਹੋਰ ਨੇ। ਉਹ ਕਿਵੇਂ ਹੋ ਗਿਆ? ਦੇਖੋ ਐਜ ਏ ਪੰਜਾਬ ਦੇ ਹਿਸਾਬ ਨਾਲ ਤਾਂ ਉਹ ਗਲਤ ਹੋ ਰਿਹਾ ਨਾ। ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਜਵਾਬ ਦੇਣਾ ਹੋਊਗਾ। ਤੁਸੀਂ ਸਰਕਾਰ ਬਣਾਉਣੀ ਹੈ, ਹੋਰ ਪਾਸੇ ਜਿੱਤਣਾ ਕਰਨਾ, ਉਹ ਇੱਕ ਵੱਖਰੀ ਗੱਲ ਹੈ। ਫਿਰ ਜਿਹੜੀ ਪੰਜਾਬ ਬੋਲਦੇ ਇਲਾਕਿਆਂ ਦੀ ਗੱਲ ਹੈ ਨਾ, ਸਾਨੂੰ ਥੋੜ੍ਹਾ ਜਿਹਾ ਉਹ ਗੱਲਾਂ ਕਰਨੀਆਂ ਪੈਣਗੀਆਂ ਵੀ ਪੰਜਾਬ ਦੇ ਜਿਹੜੇ ਬੋਲਦੇ ਇਲਾਕੇ ਆ, ਚਾਹੇ ਉਹ ਹਰਿਆਣੇ ਦਾ ਹੈ, ਹਰਿਆਣਾ ਵੀ ਵੱਡਾ ਕਰੋ। ਹੁਣ ਰਾਜਸਥਾਨ ਹੈ, ਰਾਜਸਥਾਨ ਐਡਾ ਵੱਡਾ ਸੂਬਾ ਹੈ, ਇਹਦਾ ਲੋਟ ਹੀ ਨਹੀਂ ਆਉਂਦਾ ਇਹਨਾਂ ਦਾ। ਰਾਜਸਥਾਨ ਦਾ ਆਹ ਹਿੱਸਾ ਪੰਜਾਬ ਸ਼ਾਮਲ ਕਰ ਦੇਣਾ, ਜਿਹੜਾ ਨੌਰ ਬਹਾਦਰ ਉਹ ਹਰਿਆਣੇ ਸ਼ਾਮਲ ਕਰ ਦੇਣਾ, ਇਹ ਪੰਜਾਬ ਸ਼ਾਮਲ ਕਰ ਦੇਣ, ਕੁਛ MP 'ਚ ਕਰ ਦੇਣ, ਕੁਛ ਆਪਦੇ ਹਿਸਾਬ ਨਾਲ ਬਣਾ ਲੈਣ ਵੀ ਠੀਕ ਹੈ ਵੀ ਇਹ ਰਾਜਸਥਾਨ ਡਿਵੈਲਪਮੈਂਟ ਵੀ ਹੋ ਜੇ। ਪੈਸਾ ਘੱਟ ਕੋ ਹੁੰਦਾ, ਲੋਕਾਂ ਕੋਲ ਉਹ ਹੀ ਨਹੀਂ ਹੁੰਦਾ। ਹੁਣ ਬਥੇਰੇ ਪਿੰਡ ਹੈ ਜਿਨ੍ਹਾਂ 'ਚ ਸੜਕ ਹੀ ਹੈ ਨਹੀਂ, ਸਕੂਲ ਹੈ ਨਹੀਂ, ਕਾਲਜ ਹੈ ਨਹੀਂ। ਇਸੇ ਤਰ੍ਹਾਂ ਹਰਿਆਣੇ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਪੰਜਾਬ ਨੂੰ ਦੇ ਦੇਣ। ਹਰਿਆਣੇ ਦੇ ਵਿੱਚੋਂ UP ਐਡਾ ਵੱਡਾ, UP ਨੂੰ ਤੋੜ ਕੇ UP ਦੇ ਇਲਾਕੇ ਪੰਜਾਬ 'ਚ ਇਹਦੇ ਹਰਿਆਣੇ 'ਚ ਸ਼ਾਮਲ ਕਰ ਦੇਣ। ਉਹਦੇ ਨਾਲ ਹਰਿਆਣਾ ਵੀ ਵੱਡਾ ਹੋ ਜਾਊਗਾ, ਹਰਿਆਣੇ ਨੂੰ ਜਮਨਾ ਦਾ ਪਾਣੀ ਵੀ ਮਿਲ ਜੂਗਾ, ਜਿਹੜਾ ਕਰਨਾਲ ਹੈ, ਸਰਸਾ ਹੈ, ਗੰਗਨ, ਹਨੂੰਮਾਨਗੜ੍ਹ, ਇਹਨਾਂ ਨੂੰ ਵੀ ਪਾਣੀ ਪੂਰਾ ਮਿਲ ਜੂਗਾ। ਮਸਲੇ ਤਾਂ ਹੱਲ ਹੋ ਜਾਣਗੇ। ਫਿਰ ਇਹ ਮਸਲੇ ਹੱਲ ਨਹੀਂ ਕਰਨੇ, ਕਿਉਂਕਿ ਇਹ ਵੋਟਾਂ
ਇਹਨਾਂ ਨੂੰ ਵੋਟਾਂ ਮਿਲਦੀਆਂ ਇਸ ਮੁੱਦਿਆਂ ਤੇ, ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ BJP ਹੈ। ਔਰ ਸਾਡੀ ਇਹ ਹੈ ਵੀ ਸਾਨੂੰ ਦੋਗਲੇ ਜਿਹੇ ਨਹੀਂ ਕਰਨੇ ਆਉਂਦੇ, ਸਾਨੂੰ ਸਾਡਾ ਸਪਸ਼ਟ ਹੋ ਜਾਂਦਾ ਵੀ ਇਹ ਸਹੀ ਹੈ ਤੇ ਇਹ ਸਹੀ ਹੈ, ਇਹ ਗਲਤ ਹੈ ਤਾਂ ਗਲਤ ਹੈ। ਜਿੱਥੇ ਖੜ ਗਏ ਔਰ ਸਾਨੂੰ ਮਾਣ ਹੁੰਦਾ ਉਸ ਗੱਲ ਤੇ। ਭਗਤ ਸਿੰਘ ਵਾਲੇ ਮਸਲੇ ਤੇ ਅਸੀਂ ਗੱਲ ਸ਼ੁਰੂ ਨਹੀਂ ਕੀਤੀ, ਪਰ ਅਸੀਂ ਫੇਰ ਕਲੀਅਰ ਕਰਦੇ ਹਾਂ ਵੀ ਅਕੋਰਡਿੰਗ ਟੂ ਜਿਹੜਾ ਇਤਿਹਾਸ ਹੈ ਸਾਰਾ ਇਸ ਚੀਜ਼ ਦਾ ਗਵਾਹ ਹੈ। ਉਹ ਸਿੱਖਾਂ ਦਾ ਸ਼ਹੀਦ ਨਹੀਂ ਹੋਇਆ। ਸਿੱਖਾਂ ਦਾ ਸ਼ਹੀਦ ਉਹ ਹੁੰਦਾ ਜਿਹਨੇ ਸਿੱਖੀ ਵਾਸਤੇ, ਸਿੱਖ ਸੈਂਟੀਮੈਂਟਸ ਵਾਸਤੇ ਜੇ ਕੁਛ ਕੀਤਾ ਹੋਵੇ, ਉਹਨੇ ਮੌਕੇ ਦੀ ਹਕੂਮਤ ਨੇ ਕੀਤਾ ਹੋਵੇ। ਉਹ ਭਾਰਤ ਲਈ ਸੀ। ਉਹ ਮੈਂ ਉਹਨਾਂ ਦਾ ਜਿਹੜਾ ਇੱਕ ਕਹਿ ਲਓ ਮਿਸਕਰੈਕਟਰਾਈਜੇਸ਼ਨ ਵੀ ਨਹੀਂ ਕਰਦਾ, ਉਹ ਕ੍ਰਾਂਤੀਕਾਰੀ ਸੀ ਬੰਦਾ। ਪਰ ਜੇ ਪੰਜਾਬ ਲਈ ਕੀਤਾ ਤਾਂ ਸਾਡੇ ਸਿੱਖੀ ਸਰੂਪ ਵਾਲੇ ਹੋਰ ਸ਼ਹੀਦ ਬਹੁਤ ਹੋਏ ਨੇ। ਕਰਤਾਰ ਸਿੰਘ ਸਰਾਭਾ ਹੋਇਆ, ਗਦਰੀ ਬਾਬੇ ਹੋਈ ਆ, ਬਾਬਾ ਰਾਮ ਸਿੰਘ ਕੂਕਾ ਜਿਨ੍ਹਾਂ ਨੇ ਇਹ ਸਾਰੀ ਅੰਦੋਲਨ ਸ਼ੁਰੂ ਕੀਤੀ। ਇਤਿਹਾਸ ਸਿੱਖਾਂ ਦਾ ਤਾਂ ਬਹੁਤ 93% ਉਹਦੇ 'ਚ ਯੋਗਦਾਨ ਸੀਗਾ। ਫਿਰ ਇਕੱਲਾ ਭਗਤ ਸਿੰਘ ਨੂੰ ਹੀ ਕਾਹਤੋਂ ਇੰਨਾ ਹਾਈਲਾਈਟ ਕੀਤਾ ਗਿਆ? ਇਹਨਾਂ ਨੇ ਊਧਮ ਸਿੰਘ ਦੀ ਕਦੇ ਗੱਲ ਕਿਉਂ ਨਹੀਂ ਕੀਤੀ ਆਪਣੇ ਨੇ ਸੈਂਟਰ ਨੇ? ਭਗਤ ਸਿੰਘ ਦੇ ਸ਼ਹੀਦੀ ਦੇ ਦਿਨ 'ਤੇ ਹੀ ਛੁੱਟੀ ਕਾਹਤੋਂ ਹੈ? ਹੋਰ ਸ਼ਹੀਦਾਂ ਦੇ ਨਾਂ 'ਤੇ ਕਾਹਤੋਂ ਨਹੀਂ ਛੁੱਟੀ? ਇਹ ਗੱਲ ਅਸਲ ਦੇ ਵਿੱਚ ਨਾ ਸੈਂਟਰ। ਹੁਣ ਤੁਸੀਂ ਦੇਖੋ ਅਕਾਲੀ ਦਲ ਕੀ ਕਰ ਰਿਹਾ, ਭਾਈ ਰਾਜਵਾਨੇ ਨੂੰ ਹਾਈਲਾਈਟ ਕਰ ਲਿਆ ਇਕੱਲਾ। ਉਸੇ ਕੇਸ 'ਚ 6 ਜਾਣੇ ਬੰਦ ਨੇ ਜੇਲ੍ਹ 'ਚ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਕਿਉਂਕਿ ਰਾਜਵਾਨਾ ਸਾਹਿਬ ਉਹਨਾਂ ਦੀ ਗੱਲ ਮੰਨਦੇ ਆ। ਉਹ ਪਤਾ ਨਹੀਂ ਮਿਸਗਾਈਡ ਹੋਇਆ ਕਿ ਕਿਵੇਂ ਹੋਇਆ, ਉਹ ਜੇ ਉਹਨਾਂ ਦੀ ਗੱਲ ਮੰਨਦੇ ਆ ਉਹਨਾਂ ਨੂੰ ਐਂ ਲੱਗਦਾ ਵੀ ਇਹ ਸਾਡੇ ਹੱਕ, ਮਤਲਬ ਸਾਡੇ ਢਾਂਚੇ 'ਚ ਬਹਿੰਦਾ, ਇਹ ਜਿੰਦਾ ਸ਼ਹੀਦ ਨੇ, ਇਹ ਬੰਦੀ ਸਿੰਘ ਨੇ, ਬਾਕੀ ਨਹੀਂ ਹੈਗੇ। ਹੁਣ ਤੁਸੀਂ ਇਹ ਦੱਸੋ ਵੀ ਸ਼ਹੀਦ ਤਾਂ ਸਾਰੇ ਆ ਨਾ, ਵੀ ਸਾਰਿਆਂ ਦੀ ਗੱਲ ਕਰੀਏ। ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਔਰ ਇਹ ਗੱਲ ਉਹ ਕਦੇ ਪਿੱਛੇ ਨਹੀਂ ਹਟਣਗੇ ਇਸ ਗੱਲ ਤੋਂ, ਕਿਉਂਕਿ ਅਦਾਲਤ ਦੇ ਵਿੱਚ ਪਹਿਲਾਂ 2005 'ਚ ਮੁਕੱਦਮਾ ਭੁਗਤ ਚੁੱਕੇ ਆ ਔਰ ਉਹ ਬਾਇਜ਼ਤ ਬਰੀ ਹੋਏ ਆ। ਮੇਰੀ ਅਪੀਲ ਹੈ ਇਹਨਾਂ ਨੂੰ ਵੀ ਜਾਂ ਤਾਂ ਤੁਸੀਂ ਕੋਰਟ ਦੇ ਵਿੱਚ ਜਾਂ ਤਾਂ ਮਰਨ ਵਰਤ 'ਤੇ ਬੈਠੋ, ਇਹ ਜਿਹੜੇ ਇਹ ਹੈਗੇ ਆ ਅਗਾਉਣ ਵਾਲੇ ਰੁਪਿੰਦਰ ਹਾਂਡਾ ਤੇ ਇਹ ਹੈ, ਤੇ ਜਾਂ ਤੁਸੀਂ ਮਾੜਾ ਮੋਟਾ ਇਤਿਹਾਸ ਪੜ੍ਹ ਲਿਆ ਕਰੋ, ਕਿਉਂਕਿ ਜਿਹੜੇ ਬੰਦੇ ਨੇ ਸਟੇਟਮੈਂਟ ਦਿੱਤੀ ਆ ਉਹ ਗੋਲਡ ਮੈਡਲਿਸਟ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਤਿਹਾਸ ਦੇ ਵਿੱਚ। ਇਸ ਕਰਕੇ ਤੁਸੀਂ ਨਾ ਜਾਂ ਤਾਂ ਇਤਿਹਾਸ ਪੜ੍ਹਿਆ ਕਰੋ ਤੇ ਜਾਂ ਫਿਰ ਕਾਨੂੰਨੀ ਰੂਪ 'ਚ ਸਰਕਾਰ 'ਤੇ ਮੁਕੱਦਮਾ ਕਰੋ, ਭਾਰਤ ਸਰਕਾਰ 'ਤੇ ਵੀ ਉਹਨਾਂ ਨੇ ਬਾਈ ਜੀ ਊਧਮ ਸਿੰਘ ਬਾਅਦ ਦੇ ਵਿੱਚ ਮੋਨਾ ਹੋਇਆ ਸੀ, ਪਰ ਊਧਮ ਸਿੰਘ ਸਿੱਖ ਪਰਿਵਾਰ ਦੇ ਵਿੱਚੋਂ ਸੀ। ਔਰ ਜਿਹੜੀ ਭਗਤ ਸਿੰਘ ਨਾਲ ਹੋਰ ਗੱਲ ਆਉਂਦੀ ਹੈ ਕਿ ਭਾਈ ਚੰਨਨ ਸਿੰਘ, ਦੇਖੋ ਪਹਿਲੀ ਗੱਲ ਤਾਂ ਉਹ ਸਾਂਡਰਸ ਮਾਰਿਆ ਉਹਨਾਂ ਨੇ ਮਾਰਨਾ ਸਕਾਟ ਸੀ, ਮਾਰਤਾ ਸਾਂਡਰਸ, ਬੰਦਾ ਗਲਤ ਮਾਰਤਾ। ਉਹ ਜਿਹੜਾ ਉਹ ਬੰਦਾ ਗਲਤ, ਮਾਨ ਸਾਹਿਬ ਨੇ ਇਹ ਗੱਲ ਕੀਤੀ ਵੀ 2 ਇਨੋਸੈਂਟ ਬੰਦੇ ਮਾਰੇ ਉਹਨਾਂ ਨੇ। ਤੁਸੀਂ ਦੇਖੋ ਜੇ ਆਪਾਂ ਕੰਪੇਅਰ ਕਰੀਏ, ਵੈਸੇ ਕੰਪੇਅਰੇਬਲ ਹੈ ਨਹੀਂ, ਭਗਤ ਸਿੰਘ ਦੀ ਸ਼ਹੀਦੀ ਸੁੱਖੇ ਜਿੰਦੇ ਦੀ ਸ਼ਹੀਦੀ ਦੇ ਬਰਾਬਰ ਨਹੀਂ ਆਉਂਦੀ। ਸੁੱਖੇ ਜਿੰਦੇ ਦੀ ਸ਼ਹੀਦੀ ਤੁਸੀਂ ਦੇਖੋ, ਸੁੱਖਾ ਜਿੰਦਾ ਜਦੋਂ ਜਨਰਲ ਵੈਦਿਆ ਨੂੰ ਮਾਰਨਗੇ ਉਹਨਾਂ ਨੇ ਸਿਰਫ ਉਹ ਮਾਰਿਆ, ਪਹਿਲੀ ਵਾਰ ਜਦੋਂ ਮਾਰਨਗੇ ਤਾਂ ਉਦੋਂ ਉਹਦੀ ਮਤਲਬ ਬੇਟੀ ਦਾ ਵਿਆਹ ਸੀ ਸ਼ਾਇਦ, ਤੇ ਉਹਨਾਂ ਨੇ ਤਾਂ ਨਹੀਂ ਮਾਰਿਆ ਵੀ ਇਹ ਮਤਲਬ ਮਾਹੌਲ ਇਸ ਤਰ੍ਹਾਂ ਦਾ ਹੈਗਾ ਵੀ ਆਪਾਂ ਨਹੀਂ ਉਹ ਕਰਨਾ। ਦੂਸਰੀ ਵਾਰ ਮਤਲਬ ਉਹ ਉੱਤੇ ਪੈ ਗਈ ਉਹਦੇ, ਸ਼ਾਇਦ ਉਹਦੀ ਵਾਈਫ ਕਿ ਕੌਣ ਜਿਹਦੀ ਮੌਤ ਹੋਈ ਹੈ, ਪਰ ਉਹਨਾਂ ਨੇ ਉਹਨੂੰ ਇਕੱਲੇ ਨੂੰ ਟਾਰਗੇਟ ਕਰਕੇ ਮਾਰਿਆ ਸੀਗਾ। ਇੱਥੇ ਕੀ ਹੋਇਆ ਵੀ ਇਹਨਾਂ ਨੇ ਪਹਿਲਾਂ ਤਾਂ ਜਿਹੜਾ ਇੱਕ ਰੈਫਰੈਂਸ ਦਿੱਤਾ ਜਾਂਦਾ ਵੀ ਜਨਰਲ ਲਾਲਾ ਦੇਖੋ ਇਤਿਹਾਸ ਨੂੰ ਕਰੈਕਟ ਕਰੀਏ ਵੀ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ। ਦੇਖੋ ਲਾਲਾ ਲਾਜਪਤ ਰਾਏ ਜਿਹੜਾ ਸੀਗਾ ਉਹ ਗਦਰ ਪਾਰਟੀ ਦਾ ਉਹਨੇ ਪੈਸਾ ਖਾਧਾ ਸੀ, ਔਰ ਜਿਹੜੇ ਇਹ ਸੀਗੇ ਗਦਰ ਪਾਰਟੀ ਵਾਲੇ ਬਾਬਾ ਸੋਹਣ ਸਿੰਘ ਭਗਨਾ, ਉਹਨਾਂ ਨੇ ਉਹਨਾਂ ਤੋਂ ਹਿਸਾਬ ਕਿਤਾਬ ਮੰਗਿਆ ਸੀ, ਜਿਹਦੇ ਕਰਕੇ ਉਹ ਟੈਨਸ਼ਨ ਸੀ। 22 ਦਿਨਾਂ ਬਾਅਦ ਉਹਦੀ ਮੌਤ ਹੁੰਦੀ ਹੈ ਔਰ ਹਾਰਟ ਅਟੈਕ ਨਾਲ ਮੌਤ ਹੁੰਦੀ ਹੈ। ਉਹਦੀ ਕੋਈ ਲਾਠੀ ਵੱਜਣੇ ਸੇ ਮੌਤ ਨਹੀਂ ਹੋਈ, ਜਿਵੇਂ ਅਸੀਂ ਪੜ੍ਹਦੇ ਹਾਂ, ਸਾਨੂੰ ਪੜ੍ਹਾਇਆ ਜਾਂਦਾ ਹੈ, ਠੀਕ ਹੈ। ਨੰਬਰ 1। ਨੰਬਰ 2, ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਜਿਹੜਾ ਗਲਤ ਸੀ। ਸਾਈਮਨ ਕਮਿਸ਼ਨ ਸਹੀ ਸੀ ਕਿਉਂਕਿ ਸਾਡੀ SC BC ਦਾ ਜਿਹੜਾ ਹੈਗਾ ਉਹਦਾ ਲੋਕਾਂ ਦੇ ਇੱਥੇ ਜਿਹੜਾ ਜਾਤ ਪਾਤ ਸੀ ਉਹਦੇ ਲਈ ਕਮਿਸ਼ਨ ਬਣਿਆ ਸੀ, ਉਹਨਾਂ ਨੂੰ ਅਧਿਕਾਰ ਦੇਣ ਲਈ ਬਣਿਆ ਸੀ। ਨੰਬਰ 3, ਉਹਦਾ ਬਦਲਾ ਉਹਨੂੰ ਉਕਸਾਇਆ ਗਿਆ ਵੀ ਭਾਈ ਇਹ ਲਾਲੇ ਦਾ ਬਦਲਾ ਲਓ, ਲਾਲੇ ਦਾ ਬਦਲਾ ਲਿਓ। ਫਿਰ ਜਿਹੜੇ ਬੰਦਿਆਂ ਤੋਂ ਬਦਲਾ ਲਿਆ ਉਹਨਾਂ ਨੇ ਤਾਂ ਮਾਰਿਆ ਨਹੀਂ ਸੀ ਲਾਲਾ, ਜਾਂ ਉਹਨਾਂ 'ਤੇ ਤਾਂ ਆਰੋਪ ਹੀ ਹੈ ਨਹੀਂ ਸੀ ਲਾਲੇ ਦਾ, ਉਹ ਤਾਂ ਮਾਰਿਆ ਸਕਾਟ ਨੇ ਸੀ, ਮਾਰਤਾ ਇਹਨਾਂ ਨੇ ਸਾਂਡਰਸ ਤੇ ਨਾਲ ਚੰਨਨ ਸਿੰਘ ਮਾਰਤਾ ਜਿਹੜਾ ਅੰਮ੍ਰਿਤਧਾਰੀ ਬੰਦਾ ਸੀਗਾ, ਜਿਹੜੇ ਨੇ ਕਿਸੇ ਨੇ ਕੁਛ ਕੀਤਾ ਨਹੀਂ ਸੀ। ਹੁਣ ਤੁਸੀਂ ਦੇਖੋ ਵੀ 2 ਬੰਦੇ ਜਿਹੜੇ ਇਨੋਸੈਂਟ ਬੰਦੇ ਆ
ਉਹਨਾਂ ਨੂੰ ਮਾਰਤਾ ਤੇ ਉਹਨੂੰ ਤੁਸੀਂ ਕੀ ਕਹੋਗੇ। ਔਰ ਬਾਬਾ ਡੇਵਿਡਵਾ ਕਹੀ ਜਾਂਦਾ ਜੀ ਜਟਾਣੇ ਨੂੰ ਕਹਾਂਗੇ। ਇਹਨਾਂ ਨੇ ਬਾਬਾ ਜੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਉਦੋਂ ਸੀਗੇ ਆਪਣੇ ਇਹ SYL ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ 2 ਸਾਲ 3 ਸਾਲ ਇਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਭਾਈ ਤੁਸੀਂ ਆਹ ਕੰਮ ਨਾ ਕਰੋ। ਬਾਅਦ ਦੇ ਵਿੱਚ ਮਾਰਨੇ ਪਏ ਸੀ ਜਦੋਂ ਉਹ ਨਹੀਂ ਮੰਨੇ। ਹੁਣ ਜੇ ਤੁਹਾਡਾ ਅੱਜ ਕੋਈ ਪੁਲਿਸ ਵਾਲਾ ਸਰਕਾਰ ਦੀ ਬੋਲੀ ਬੋਲੂਗਾ, ਸਰਕਾਰ ਦੇ ਕਹਿਣ ਤੇ ਕੁਝ ਕਰੂੰਗਾ, ਤੇ ਉਹਨੂੰ ਜੇ ਕਿਸੇ ਨੇ ਸਜ਼ਾ ਦੇਤੀ ਤੇ ਉਹ ਨਿਰਦੋਸ਼ ਥੋੜੀ ਹੋਇਆ। ਤੁਸੀਂ ਉਹਨਾਂ ਦੀ ਭਗਤ ਸਿੰਘ ਦੀ ਗੱਲ ਬਲਵਿੰਦਰ ਸਿੰਘ ਜਟਾਣੇ ਨਾਲ ਉਹ ਕਰਦੇ ਹੋ। ਤੇ ਫਿਰ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਜਿਹੜੇ ਭਾਂਜੇ ਜਵਾਈ ਨੂੰ ਸੀ, ਉਹਨੂੰ ਪੁਲਿਸ ਨੇ ਉਹ ਕੀਤਾ ਸੀ ਇਨਕਾਊਂਟਰ। ਉਹਦੇ ਵਿੱਚ ਕਿਹੜੇ ਬੰਦੇ ਨੂੰ ਸਜ਼ਾ ਕਰਾਈ ਹੈ? ਆਪ ਵਾਲਿਆਂ ਨੇ ਕਰਾਈ ਹੈ, ਤੁਸੀਂ ਕਰਾਈ ਹੈ, ਕਾਂਗਰਸ ਨੇ ਕਰਾਈ ਹੈ, ਬਾਦਲ ਵਾਲਿਆਂ ਨੇ ਕਰਾਈ, ਕਿਹਨੇ ਕਰਾਈ ਹੈ? ਕਿ ਭਗਤ ਸਿੰਘ ਬਸ ਵੋਟਾਂ ਵਾਸਤੇ ਹੀ ਹੈ ਵੀ ਉਹਨੂੰ ਯੂਥ ਉਹਨੂੰ ਉਹਦੇ ਨਾਲ ਤੁਰਦਾ ਹੈ। ਉਹਦੀ ਫੋਟੋ ਹੈ, ਬਸੰਤੀ ਰੰਗ ਹੈ, 23 ਮਾਰਚ ਹੈ, ਖੜਕੜ ਕਲਾਂ, 5-4 ਚੀਜ਼ਾਂ ਹੈਗੀਆਂ। ਇਹ ਕਹਿ ਦਿਆ ਕਰੋ ਤੁਹਾਨੂੰ ਵੋਟਾਂ ਮਿਲ ਜਾਇਆ ਕਰਨੀਆਂ। ਭਗਤ ਸਿੰਘ ਉਦੋਂ ਬਾਅਦ ਵੀ ਹੈ। ਭਗਤ ਸਿੰਘ ਦੀ ਵੀ ਕੀ ਵਿਚਾਰਧਾਰਾ ਸੀ ਭਗਤ ਸਿੰਘ ਦਾ? ਤੁਸੀਂ ਦੱਸੋ ਲੋਕਾਂ ਨੂੰ ਭਗਤ ਸਿੰਘ ਬਾਰੇ। ਜਾਂ ਭਗਤ ਸਿੰਘ ਸਿਰਫ ਵੋਟਾਂ ਵਾਲੀ ਕੰਮ ਹੁੰਦਾ? ਫਿਰ ਭਗਤ ਸਿੰਘ ਕਿਉਂ ਦੱਸੋ ਇਕੱਲਾ? ਬਾਕੀ ਸ਼ਹੀਦਾਂ ਬਾਰੇ ਵੀ ਦੱਸੋ। ਗਦਰੀ ਬਾਬਿਆਂ ਬਾਰੇ ਤੁਸੀਂ ਕਦੇ ਕੋਈ ਗੱਲ ਕੀਤੀ ਹੈ? ਜੇ ਅੱਜ ਗੱਲ ਛਿੜੀ ਹੈ, ਮੈਂ ਕਹਿਣਾ ਵੀ ਇਹ ਗੱਲ ਵਧੀਆ ਹੋਈ ਵੀ ਗੱਲ ਛਿੜੀ ਹੈ, ਕਿਉਂਕਿ ਇਹ ਗੱਲ ਜਦੋਂ ਛਿੜਦੀ ਹੈ ਨਾ ਤਾਂ ਬਹੁਤ ਸਾਰੀਆਂ ਗੱਲਾਂ ਦਾ ਇੱਕ ਆਪਣੇ ਮਨਾਂ ਦੇ ਵਿੱਚੋਂ ਵਹਿਮ ਨਿਕਲ ਜਾਂਦਾ ਹੈ, ਆਪਾਂ ਨੂੰ ਪਤਾ ਲੱਗਦਾ। ਇਸ ਕਰਕੇ ਪਰ ਇਹ ਮਸਲਾ ਜਿਹੜਾ ਹੈਗਾ, ਮਾਨ ਸਾਹਿਬ ਪਾਰਲੀਮੈਂਟ 'ਚ ਕੀ ਬੋਲਣਗੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕੀ ਬੋਲਣਾ, ਉਸ ਚੀਜ਼ ਨੂੰ ਮਤਲਬ ਇਹਨਾਂ ਨੇ ਕਰਨਾ। ਕਿਉਂਕਿ ਫਿਰ ਮੈਂ ਉਹੀ ਕਰਾਂ, ਕੱਲ੍ਹ ਉਹਨਾਂ ਨੇ ਕਿੰਨੇ ਕਿਹੇ ਜਿਹੇ ਫੈਸਲੇ ਲਏ ਆ। ਆਪ ਵਾਲਿਆਂ ਨੇ ਉਹਨਾਂ ਦੇ ਖਿਲਾਫ ਤਾਂ ਬੋਲਿਆ ਨਹੀਂ ਵੀ ਭਾਈ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਉਹਨਾਂ ਦੇ ਸਪੀਕਰ ਨੇ ਕਿਹਾ ਵੀ ਤੁਸੀਂ ਖਾਲਿਸਤਾਨੀ ਸ਼ਬਦ ਨਹੀਂ ਬੋਲ ਸਕਦੇ, ਤੁਸੀਂ ਜੁਮਲੇਬਾਜ਼ੀ ਨਹੀਂ ਬੋਲ ਸਕਦੇ, ਤੁਸੀਂ ਆਪਣੇ ਕਰਪਟ ਨਹੀਂ ਬੋਲ ਸਕਦੇ। ਕਿੰਨੇ ਸ਼ਬਦਾਂ ਦੀ ਕੀਤੀ ਹੈ। ਉਹਦੇ 'ਤੇ ਕਿਸੇ ਦੀ ਸਟੇਟਮੈਂਟ ਆਈ ਹੈ? ਉਹਦੇ 'ਤੇ ਬੜਿੰਗ ਬੋਲਿਆ, ਉਹਦੇ 'ਤੇ ਚੱਡਾ ਬੋਲਿਆ, ਉਹਦੇ 'ਤੇ ਨੱਡਾ ਬੋਲਿਆ, ਉਹਦੇ ਕੌਣ ਬੋਲਿਆ? ਉਹ 'ਤੇ ਕੋਈ ਨਹੀਂ ਬੋਲਿਆ ਜਿਹੜੀ ਚੀਜ਼ ਬੋਲਣ ਵਾਲੀ ਹੈ। ਇਸ ਕਰਕੇ ਇਹ ਚੈਪਟਰ ਕਲੋਜ਼ ਕਰ ਦਿਓ, ਇਤਿਹਾਸ ਪੜ੍ਹੋ। ਜੇ ਇਤਿਹਾਸ ਦੇ ਵਿੱਚ ਬਾਈ ਸੰਨੀ ਜੀ ਦੇਖੋ, ਸ਼ਹੀਦ ਮੈਂ ਤੁਹਾਨੂੰ ਕਹਿੰਦਾ, ਮੈਂ ਉਹ ਤੋਂ ਮੁਨਕਰ ਨਹੀਂ ਹੈਗਾ, ਪਰ ਸਿੱਖਾਂ ਲਈ ਸ਼ਹੀਦ ਨਹੀਂ ਹੈਗਾ, ਭਾਰਤ ਲਈ ਸ਼ਹੀਦ ਹੈ। ਵੀ ਸ਼ਹੀਦ ਹੁਣ ਦੇਖੋ ਸਾਵਰਕਰ ਹੈ, ਹੁਣ ਸਾਵਰਕਰ BJP ਲਈ ਸ਼ਹੀਦ ਹੈ ਨਾ, ਕਾਂਗਰਸ ਲਈ ਨਹੀਂ ਹੈਗਾ। ਉਹਨਾਂ ਨੇ ਤਾਂ ਨਾਲੇ ਮਾਨ ਸਾਹਿਬ ਨੇ ਤਾਂ ਇੱਕ ਸਟੇਟਮੈਂਟ ਦੇ ਵਿੱਚ ਇੱਕ ਸਟੇਟਮੈਂਟ ਕੀਤਾ, ਉਹਨੂੰ ਤੁਸੀਂ ਕਿਸੇ ਬੰਦੇ ਨੂੰ ਨਹੀਂ ਕਹਿ ਸਕਦੇ ਵੀ ਭਾਈ ਤੁਸੀਂ ਆਏ ਉਹ ਕਰੋ। ਚਲੋ ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ। ਹੁਣ ਦੇਣੇ ਆ ਕੱਲ੍ਹ ਮਾਨ ਸਾਹਿਬ ਕੀ ਬੋਲਦੇ ਆ ਪਾਰਲੀਮੈਂਟ ਦੇ ਵਿੱਚ, ਉਸ ਚੀਜ਼ ਤੇ ਡਿਬੇਟ ਕਰਾਂਗੇ ਆਪਾਂ, ਠੀਕ ਹੈ ਨਾ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਸਾਰਿਆਂ ਦਾ ਧੰਨਵਾਦ ਜੀ। ਡਾਕਟਰ ਭੁਪਿੰਦਰ ਸਿੰਘ ਜੀ ਸਾਡੇ ਮਾਸਟਰ ਜੀ, ਸਤਿ ਸ਼੍ਰੀ ਅਕਾਲ। ਅਰਸ਼ਦੀਪ ਜੀ, ਮਨਦੀਪ ਸਿੰਘ ਸੰਧੂ, ਗੁਰਮੇਲ ਸਿੰਘ ਜੀ ਮਾਨ, ਫੈਜ਼ਲ ਸ਼ਹਿਜਾਦ ਜੀ, ਲਵਪ੍ਰੀਤ ਸਿੰਘ ਭੁੱਲਰ, ਸੁਖਵੰਤ ਚੌਹਾਨ, ਅਮਰਤਪਾਲ, ਕੇਵਲ ਮਾਨ, ਬਿੰਦਰ ਸਿੰਘ ਚਹਿਲ, ਬਲਜਿੰਦਰ ਸਿੰਘ ਜੀ, ਸਤਵੀਰ ਸਿੰਘ, ਅੱਧਾ ਛਾਪਿਆਂ ਦੀ ਕਾਲ ਜੀ ਇਹਨਾਂ 'ਚ। ਡਾਕਟਰ ਗੁਰਸੇਵਕ ਸਿੰਘ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਮੀਤ ਸਕੱਤਰ ਲੱਗਣ ਦੇ ਬਹੁਤ ਬਹੁਤ ਵਧਾਈਆਂ। ਲਖਵਿੰਦਰ ਸਿੰਘ ਜੀ, ਨਵਤੇਜ ਸਿੰਘ ਜੀ ਮਾਨ, JS ਮਾਨ ਜੀ, ਮਨਜੀਤ ਸਿੰਘ ਜੀ, ਗੁਰਪਿਆਰ ਸਿੰਘ ਜੀ, ਮੰਨੂ ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਬਾਕੀ ਇਹੀ ਹੈ ਜੀ ਆਪਣੇ ਭਗਤ ਸਿੰਘ ਵਾਲਾ ਜਿਹੜਾ ਚੈਪਟਰ ਹੈਗਾ, ਇਹਦੇ 'ਤੇ ਸਾਨੂੰ ਸਰਕਾਰ ਨੂੰ ਘੇਰਨਾ ਚਾਹੀਦਾ ਵੀ ਸਰਕਾਰ ਨੂੰ ਅੱਤਵਾਦੀ ਕਿਉਂ ਮੰਨਦੀ ਆ। ਮਾਨ ਸਾਹਿਬ ਨੂੰ ਨਹੀਂ ਘੇਰਨਾ ਚਾਹੀਦਾ। ਮਾਨ ਸਾਹਿਬ ਨੇ ਤਾਂ ਜੋ ਗੱਲ ਕੀਤੀ ਹੈ ਤੱਥਾਂ 'ਤੇ ਮਤਲਬ ਤੱਥਾਂ ਦੇ ਆਧਾਰ 'ਤੇ ਗੱਲ ਕੀਤੀ ਹੈ, ਜੋ ਇਤਿਹਾਸ ਦੇ ਵਿੱਚ ਲਿਖਿਆ ਉਹਨਾਂ 'ਤੇ ਗੱਲ ਕੀਤੀ ਹੈ, ਜੋ ਉਹਨਾਂ ਨੇ ਪੜ੍ਹਿਆ ਉਹਨਾਂ 'ਤੇ ਗੱਲ ਕੀਤੀ। ਉਹਨਾਂ ਨੇ ਆਪਦੇ ਕੋਲੋਂ ਕੋਈ ਗੱਲ ਨਹੀਂ ਕੀਤੀ, ਠੀਕ ਹੈ। ਜੇ ਆਪਦੇ ਕੋਲੋਂ ਗੱਲ ਕੀਤੀ ਹੁੰਦੀ ਫਿਰ ਉਹ ਅਦਾਲਤ 'ਚ ਕਿਵੇਂ ਪ੍ਰੂਫ ਕੀਤੇ? ਉਹਨਾਂ ਨੇ ਗੱਲ ਕੀਤੀ ਹੈ ਜੋ ਕੁਛ ਲਿਖਿਆ ਔਰ ਉਹਨਾਂ ਨੂੰ ਪ੍ਰੂਫ ਕੀਤਾ ਉਹਨਾਂ ਨੇ ਕੋਰਟ ਦੇ ਵਿੱਚ। ਸਾਨੂੰ ਹੁਣ ਇਹਦੇ ਲਈ ਜਿਹੜੇ ਬੰਦੇ ਜਿਨ੍ਹਾਂ ਨੂੰ ਦੁੱਖ ਲੱਗਿਆ, ਦੇਖੋ ਉਹ ਅਗਲਿਆਂ ਦਾ ਪਰਸਨਲ ਹੈਗਾ ਹੈ ਨਾ, ਉਹਨਾਂ ਦਾ ਦੁੱਖ ਲੱਗਿਆ, ਉਹਨਾਂ ਨੂੰ ਇਸ ਮਸਲੇ 'ਤੇ ਜਾਣਾ ਚਾਹੀਦਾ, ਕੋਰਟ ਦੇ ਵਿੱਚ ਚੈਲੰਜ ਕਰਨਾ ਚਾਹੀਦਾ ਵੀ ਇਹ ਬੰਦੇ ਨੂੰ ਬਰੀ ਕਿਉਂ ਕੀਤਾ। ਉਹ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਜਿਹਦੇ ਵਿੱਚ ਇਹ ਲਿਖਿਆ ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ।
ਫੇਸ ਆਪਣੇ ਵੈਸੇ ਹੀ ਊਂ ਮਾਨ ਸਾਹਿਬ ਦੀ ਮਿੱਟੀ ਪਲੀਤ ਕਰਨ ਦਾ ਨਾਲ ਕੁਛ ਨਹੀਂ ਹੋਣਾ। ਤੇ ਮੁੱਦੇ ਹੋਰ ਬਹੁਤ ਨੇ ਪੰਜਾਬ ਦੇ। ਮੀਂਹ ਨੇ ਬਹੁਤ ਨੁਕਸਾਨ ਕਰਤਾ ਇੱਧਰ ਮੁਕਤਸਰ, ਸਾਡੇ ਲੰਬੀ ਵਾਲੇ ਪਾਸੇ, ਸਾਨੂੰ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ। ਸਰਕਾਰ ਕੋਲ ਹੋਰ ਬਹੁਤ ਮੁੱਦੇ ਆ। ਤੇ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਬਾਈ ਰਣਦੀਪ ਸਿੰਘ ਜੀ। ਠੀਕ ਹੈ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।